स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी, दोनों ਨੂੰ ਜੀ ਆਇਆਂ। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੇਸ਼ੱਕ ਕੱਲ ਸੁਪਰੀਮ ਕੋਰਟ ਦੇ ਫੈਸਲੇ ਸੁਪਰੀਮ ਰਹੇ, ਸਾਰੀ ਸਿਆਸਤ ਉਹਦੇ ਇਰਦ ਗਿਰਦ ਘੁੰਮੀ, ਪਰ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਰੱਦੋ ਬਦਲ ਪੁਲਿਸ ਦੇ ਲਿਹਾਜ਼ ਨਾਲ ਬੜਾ ਅਹਿਮ ਵਰਤਾਰਾ ਰਿਹਾ। ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇਹ ਰੱਦੋ ਬਦਲ ਕਾਫੀ ਅਹਿਮ ਆ, ਇਹਦੇ ਅਰਥ ਕੱਢਦੇ ਆ। ਦੂਜਾ ਸਵਾਲ ਐਕਸਾਈਜ਼ ਸ਼ਰਾਬ ਨੀਤੀ, ਇਹ ਦਿੱਲੀ ਦੇ ਵਿੱਚ ਵੀ ਅੰਡਰ ਸਕੈਨਰ ਔਰ ਪੰਜਾਬ ਦੇ ਵਿੱਚ ਵੀ ਦੋਸ਼ ਪ੍ਰਤੀ ਦੋਸ਼ ਦਾ ਸਿਲਸਿਲਾ ਹੈ। ਇੱਥੇ ਵੀ ਇੱਕ ਵੱਡਾ ਜੰਬੋ ਰੱਦੋ ਬਦਲ ਕੀਤਾ ਗਿਆ। ਲਗਭਗ ਸਾਰੇ ਅਧਿਕਾਰੀ ਆਈਐਸ ਨੂੰ ਛੱਡ ਕੇ ਬਾਕੀ ਸਾਰੇ ਇੱਧਰ ਉੱਧਰ ਕਰਤੇ ਗਏ ਆ। ਇਹਦੇ ਉੱਤੇ ਵੀ ਗੱਲ ਕਰਦੇ ਆ। ਹਾਂ, ਇਹਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਕਰਨ ਵਾਲੀ ਹੈ, ਅਸੀਂ ਕੱਲ ਜ਼ਿਕਰ ਕੀਤਾ ਸੀ, ਇਸ ਤੋਂ ਪਹਿਲਾਂ 20 ਦਿਨ ਪਹਿਲਾਂ ਵੀ ਜਾਗਰਣ ਦੀ ਖਬਰ ਦੇ ਆਧਾਰ ਤੇ ਈਡੀ ਦੀ ਜਿਹੜੀ ਦੂਜੀ ਚਾਰਜਸ਼ੀਟ ਉਹਦਾ ਜ਼ਿਕਰ ਕਰਦਿਆਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਕੀ ਆਰਮ ਟਵਿਸਟਿੰਗ ਹੋਈ। ਇਹ ਅਸੀਂ ਪ੍ਰਸ਼ਾਸਨ ਨੂੰ ਇੱਕ ਸਵਾਲ ਪਾਇਆ ਸੀਗਾ ਕਿ ਕੀ ਇਹ ਖਬਰਾਂ ਜਿਹੜੀਆਂ ਖਬਰਾਂ ਛਪ ਰਹੀਆਂ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਇੱਕ ਡਿਸਟਿਲਰੀ ਬੰਦ ਕੀਤੀ ਗਈ ਔਰ ਬੰਮ ਰੋਡ ਕੇ ਜਿਹੜੇ ਦਿੱਲੀ ਦੇ ਵਿੱਚ L1 ਸਰੈਂਡਰ ਕਰਵਾਏ ਗਏ, ਇਹਦੇ ਸੰਬੰਧੀ ਇੱਕ ਉੱਚ ਅਧਿਕਾਰੀ ਨੇ ਇਹ ਤਾਂ ਨਹੀਂ ਦੱਸਿਆ ਕਿ 50-51 ਲੱਖ ਜਮ੍ਹਾਂ ਹੋਏ ਕਿ ਨਹੀਂ, ਜੁਰਮਾਨੇ ਪਏ ਕਿ ਨਹੀਂ, ਲੇਕਿਨ ਇਹ ਗੈਰ ਰਸਮੀ ਗੱਲਬਾਤ ਦੇ ਵਿੱਚ ਜ਼ਰੂਰ ਦੱਸਤਾ ਕਿ ਕਿਸੇ ਦੀ ਅਸੀਂ ਡਿਸਟਿਲਰੀ ਬੰਦ ਨਹੀਂ ਕੀਤੀ। ਇਹ ਸਭ ਨਰਮੂਲ ਗੱਲਾਂ। ਵੈਸੇ ਉਹਨਾਂ ਨੇ ਈਡੀ ਵਾਲਿਆਂ ਨੇ ਵੀ ਸ਼ਾਇਦ ਇਹੋ ਹੀ ਜੋ ਨਸ਼ਰ ਹੋਇਆ, ਜੋ ਪ੍ਰਕਾਸ਼ਿਤ ਹੋਇਆ ਮੈਟਰ ਕੰਟੈਂਟ, ਉਹਦੇ ਵਿੱਚ ਤਾਂ ਇਹੀ ਕਿਹਾ ਸੀਗਾ ਕਿ ਮੌਖਿਕ ਹੀ ਹੈ, ਜ਼ੁਬਾਨੀ ਹੈ। ਵੈਸੇ ਆਰਡਰ ਕੌਣ ਕਰਦਾ ਹੁੰਦਾ? ਖੈਰ, ਜਾਂਚ ਦੇ ਵਿਸ਼ੇ ਆ, ਜਾਂਚ ਵਿੱਚ ਪਤਾ ਨਹੀਂ ਕਦੋਂ ਕਦੋਂ ਕਿਹੜਾ ਨਵਾਂ ਤੱਥ ਪ੍ਰਸਤੁਤ ਹੋ ਜਾਏ। ਅਗਲੀ ਗੱਲ ਬਹੁਤ ਜ਼ਰੂਰੀ ਹੈਗੀ ਆ ਕਿ ਜ਼ੀਰਾ ਫੈਕਟਰੀ ਦੇ ਮਾਮਲੇ 'ਚ ਵੀ ਕੱਲ ਮੈਟਰ ਆਉਂਦਾ ਅਦਾਲਤ ਵਿੱਚ। ਉਹਦੇ ਉੱਤੇ ਸਰਕਾਰ ਤੇ ਖਾਸ ਤੌਰ ਦੇ ਉੱਤੇ ਪ੍ਰਦੂਸ਼ਣ ਬੋਰਡ ਉਹ ਜ਼ਿਕਰ ਕਰ ਰਿਹਾ ਪਾਵਰ ਸਬਸਿਡੀ ਬਹੁਤ ਵੱਧ ਗਈ ਹੈ। ਔਰ PSIEC ਦਾ ਮਾਮਲਾ ਵੀ ਆਇਆ। ਵਿਜੀਲੈਂਸ ਨੇ ਕੱਲ ਵੱਡੇ ਬੰਦੇ ਘੇਰੇ ਚ ਲਏ, ਵੱਡੇ ਵੱਡੇ ਮਹਿਲ ਟਾਈਪ ਫਾਰਮ ਹਾਊਸ। ਇਹ ਨਵੀਂ ਟਰਮ ਐਡ ਹੋਈ ਆ। ਮੇਰਾ ਦਿਲ ਬੜਾ ਕਰਦਾ ਜੇ ਫਾਰਮ ਹਾਊਸ ਬਣਾਉਣ ਨੂੰ, ਪਰ ਮੈਨੂੰ ਲੱਗਦਾ ਵੀ ਪੈਲੀ ਦੇ ਕੋਨੇ ਚ ਇੱਕ ਛੰਨ ਜੀ ਪਾ ਕੇ ਸਾਡਾ ਫਾਰਮ ਹਾਊਸ ਬਣ ਜਾਂਦਾ। 5 ਕਿਸਾਨ ਜਥੇਬੰਦੀਆਂ ਵੀ ਔਲਣਗੀਆਂ, ਮਾਰਚ ਕਰਨਗੀਆਂ, ਪ੍ਰਦਰਸ਼ਨ ਕਰਨਗੀਆਂ ਪਾਰਲੀਮੈਂਟ ਵੱਲੋਂ। ਉਂਝ ਭਾਸਕਰ ਸਾਹਿਬ ਟਲਦੇ ਨਹੀਂ ਪਏ। ਮੈਨੂੰ ਕਹਿੰਦੇ ਮੈਂ ਸੁਪਰੀਮ ਕੋਰਟ ਵਾਲੇ ਮਾਮਲੇ ਭਾਵੇਂ ਕੱਲ ਦੇ ਲੈ ਲਏ ਗਏ, ਪਰ ਮੈਂ ਇਹਦੇ ਵਿੱਚ ਛੋਟੀ ਜੀ ਗੱਲ ਕਰਨੀ ਹੈ। ਸੁਪਰੀਮ ਕੋਰਟ ਦੇ ਵਿੱਚ ਕੱਲ 2 ਅਹਿਮ ਮਾਮਲੇ ਸੀ, ਗਵਰਨਰ ਬਣਾ ਮੁੱਖ ਮੰਤਰੀ ਵਾਲਾ ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਨੂੰ ਜ਼ਮਾਨਤ ਨਾ ਮਿਲਣ ਵਾਲਾ। ਤੀਜਾ ਮਾਮਲਾ ਵੈਸੇ ਬੇਅਦਬੀ ਨਾਲ ਜੁੜਿਆ, ਪਰ ਅਸੀਂ ਇਹਨਾਂ 2 ਮਾਮਲਿਆਂ ਤੇ ਹਲਕਾ ਜਿਹਾ ਫੋਕਸ ਕਰਾਂਗੇ। ਛੋਟੇ ਜਿਹੇ ਟੱਚ ਤੋਂ ਬਾਅਦ ਪ੍ਰਸ਼ਾਸਨਿਕ ਰੱਦੋ ਬਦਲ ਤੇ ਜਾਵਾਂਗੇ ਜਿਹੜਾ ਪੁਲਿਸ ਦੇ ਲਿਹਾਜ਼ ਨਾਲ ਬੜਾ ਅਹਿਮ ਆ। ਮੈਂ ਇੰਦਰਪ੍ਰੀਤ ਜੀ ਵੱਲ ਜਾਊਂਗਾ। ਭਾਸਕਰ ਸਾਹਿਬ, ਪਹਿਲਾਂ ਮੈਨੂੰ ਜਿਹੜੀ ਮਨ ਦੀ ਗੱਲ ਆ ਤੁਹਾਡੀ ਕਰਨਾ ਚਾਹੁੰਦੇ ਹੋ ਤੇ ਕਰੋਗੇ ਤੇ ਸੁਪਰੀਮ ਕੋਰਟ ਦੀ ਗੱਲ ਦੇ ਆਧਾਰ ਤੇ ਕਰ ਹੀ ਲਓ, ਫਿਰ ਦੇਖ ਲੈਂਦੇ ਹਾਂ। ਰੰਧਾਵਾ ਜੀ, ਕੱਲ 3:30 ਵਜੇ ਜਦ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਉਸ ਵਿਵਾਦ ਦੀ ਸੁਣਵਾਈ ਸ਼ੁਰੂ ਹੁੰਦੀ ਹੈ, ਉਸ ਤੋਂ ਪਹਿਲੇ ਕੱਲ ਅਸੀਂ ਸਵੇਰੇ ਜਦ ਪ੍ਰੋਗਰਾਮ ਕਰ ਰਹੇ ਸੀ, ਅਸੀਂ ਵੀ ਅੰਦਾਜ਼ਾ ਲਾਇਆ ਸੀ ਵੀ ਸ਼ਾਮੀ ਹੋਏਗਾ ਕੀ, ਔਰ ਉਹੀ ਹੋਇਆ ਜਿਸ ਗੱਲ ਦੀ ਉਮੀਦ ਸੀਗੀ। ਏਦਾਂ ਦਾ ਲੱਗ ਰਿਹਾ ਸੀਗਾ ਕਿ ਜਿੱਦਾਂ ਕੋਈ ਮਹਿਲਾ ਥਾਣੇ ਦੇ ਵਿੱਚ ਮੀਆਂ ਬੀਬੀ ਦੀ ਕੋਈ ਛੋਟੀ ਜੀ ਲੜਾਈ ਦੇ ਉੱਤੇ ਗੱਲ ਪਹੁੰਚੀ ਹੋਏ ਤੇ ਉਹਦੇ ਵਿੱਚ ਮਹਿਲਾ ਥਾਣੇ ਦੇ ਇੰਚਾਰਜ ਨੇ ਪਤੀ ਨੂੰ ਵੀ ਔਰ ਪਤਨੀ ਨੂੰ ਵੀ ਸਮਝਾਇਆ ਹੋਇਆ ਵੀ ਤੂੰ ਇਹਦੀ ਇੱਜ਼ਤ ਕਰਿਆ ਕਰ, ਇਹ ਤੇਰੀ ਇੱਜ਼ਤ ਕਰਿਆ ਕਰੇਗਾ, ਔਰ ਦੇਖ ਇਹ ਤੈਨੂੰ ਰੋਟੀ ਦਿੰਦੀ ਹੈ, ਤੂੰ ਇਹਦੀ ਇੱਜ਼ਤ ਕਰ। ਦੂਜੇ ਵਾਸਤੇ ਪਤਨੀ ਨੂੰ ਕਿਹਾ ਕਿ ਵੀ ਇਹ ਕਮਾ ਕੇ ਲਿਆਂਦਾ, ਇਹਦੀ ਇੱਜ਼ਤ ਕਰ, ਔਰ ਜ਼ਬਾਨ ਤੇ ਕੰਟਰੋਲ ਰੱਖੋ। ਇਹ ਗੱਲ ਭਗਵੰਤ ਮਾਨ ਉਹਨਾਂ ਨੂੰ ਨਹੀਂ ਕਹੀ, ਕਿਉਂਕਿ ਉਹਨਾਂ ਦੀ ਚਿੱਠੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸ਼ਬਦ ਸੀਗੇ ਗਵਰਨਰ ਸਾਹਿਬ ਦਿਲ ਤੇ ਲੈ ਗਏ, ਤੇ ਉਸ ਗੁੱਸੇ ਦੇ ਵਿੱਚ ਹੀ ਉਹ ਚਿੱਠੀ ਉਹਨਾਂ ਨੇ ਲਿਖੀ ਸੀਗੀ, ਜਿਹਦੇ ਵਿੱਚ ਕਿਹਾ ਸੀ ਮੈਂ ਜਿਹੜਾ ਸੈਸ਼ਨ ਹੈਗਾ ਉਦੋਂ ਤੋਂ ਪਹਿਲੇ ਇੱਕ ਲੀਗਲ ਐਡਵਾਈਸ ਲਵਾਂਗਾ। ਹੁਣ ਗਵਰਨਰ ਸਾਹਿਬ ਦੇ ਵਕੀਲ ਨੇ ਅਦਾਲਤ ਦੇ ਵਿੱਚ ਕਿਹਾ ਅਸੀਂ ਤਾਂ ਰੋਕੀ ਨਹੀਂ, ਔਰ ਤੁਸੀਂ ਵੀ ਕੱਲ ਆਪਣੀ ਗੱਲਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਹੋ ਸਕਦਾ ਸੁਪਰੀਮ ਕੋਰਟ ਦੇ ਵਿੱਚ ਗਵਰਨਰ ਸਾਹਿਬ ਕਰਨ ਦੱਸੋ ਅਸੀਂ ਕਦੋਂ ਮਨਾ ਕੀਤਾ ਸੈਸ਼ਨ ਬੁਲਾਉਣ ਤੋਂ, ਤੇ ਇਹੀ ਗੱਲ ਸੁਪਰੀਮ ਕੋਰਟ ਦੇ ਵਿੱਚ ਵੀ ਹੋਈ। ਉਹ ਕਹਿੰਦੇ ਆ ਜੀ ਤੁਸੀਂ ਪਤਾ ਕਰੋ, ਅਸੀਂ ਤੇ ਇਜਾਜ਼ਤ ਦੇ ਚੁੱਕੇ ਹਾਂ। ਹਾਲਾਂਕਿ ਜਿਹੜੇ ਸਰਕਾਰੀ ਵਕੀਲ, ਸਰਕਾਰ ਦੇ ਵਕੀਲ ਸੀਗੇ, ਉਹਨਾਂ ਨੇ ਕਿਹਾ ਪਤਾ ਨਹੀਂ ਜੀ ਦਿੱਤੀ ਹੈ ਕਿ ਨਹੀਂ ਦਿੱਤੀ, ਮੇਰੇ ਕੋਲ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ, ਪਰ ਚਲੋ 3 ਤਰੀਕ ਨੂੰ ਸੈਸ਼ਨ ਹੋਏਗਾ। ਨਾਲ ਦੇ ਨਾਲ ਧਾਰਾ 167 ਦੇ ਮੁੱਦੇ ਦੇ ਉੱਤੇ ਉਹਨਾਂ ਨੇ ਮੁੱਖ ਮੰਤਰੀ ਦੇ ਵਕੀਲ ਨੂੰ ਵੀ ਇਹ ਗੱਲ ਕਹੀ ਕਿ ਵੀ ਜਿਹੜੀ ਚੀਜ਼ ਗਵਰਨਰ ਸਾਹਿਬ ਮੰਗਦੇ ਨੇ, ਇਨਫੋਰਮੇਸ਼ਨ ਮੰਗਦੇ ਨੇ, ਵੀ ਦੇ ਦਿਓ। ਮੁੱਖ ਮੰਤਰੀ ਆਪਣੇ ਕਿਸੇ ਸੈਕਟਰੀ ਦੀ ਡਿਊਟੀ ਲਾ ਦੇਣ। ਔਰ ਦੂਜੇ ਪਾਸੇ ਗਵਰਨਰ ਸਾਹਿਬ ਨੂੰ ਵੀ ਕਹਿਤਾ ਵੀ ਧਾਰਾ 174 ਦੇ ਹਿਸਾਬ ਨਾਲ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਜੇ ਕਾਉਂਸਲ ਆਫ ਮਿਨਿਸਟਰ ਤੁਹਾਨੂੰ ਕਹਿੰਦੇ ਨੇ ਕਿ ਫਲਾਨੀ ਤਰੀਕ ਨੂੰ ਸੈਸ਼ਨ ਬੁਲਾਣਾ ਹੈ, ਤੇ ਤੁਹਾਡੇ ਕੋਲ ਉਸ ਸੈਸ਼ਨ ਦੀ ਇਜਾਜ਼ਤ ਦੇਣ ਤੋਂ ਇਲਾਵਾ ਕੋਈ ਹੋਰ ਚਾਰਾ ਹੈ ਹੀ ਨਹੀਂ। ਤੁਸੀਂ ਕੋਈ ਆਪਸ਼ਨ, ਕੋਈ ਲੀਗਲ ਐਡਵਾਈਸ ਨਹੀਂ ਲੈ ਸਕਦੇ ਉਸ ਮੁੱਦੇ ਤੇ। ਯਾਨੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸੁਪਰੀਮ ਕੋਰਟ ਦੇ ਵਿੱਚ ਸਾਫ਼ ਹੋਇਆ। ਹਾਲਾਂਕਿ ਇਹ ਚੀਜ਼ਾਂ ਪਹਿਲੇ ਹੀ ਪਬਲਿਕ ਡੋਮੇਨ ਦੇ ਵਿੱਚ ਵੀ ਸਾਫ਼ ਸੀਗੀ। ਇੱਕ ਥੋੜਾ ਜਿਹਾ ਵੀ ਵਿਅਕਤੀ ਜਿਹੜਾ ਕਨਸਟੀਟਿਊਸ਼ਨ ਨੂੰ ਸਮਝਦਾ ਹੈ,
ਉਹ ਇਸ ਗੱਲਾਂ ਨੂੰ ਜਾਣਦਾ ਸੀਗਾ ਕਿ ਇਸ ਮੁੱਦੇ ਦੇ ਉੱਤੇ ਗਵਰਨਰ ਸਾਹਿਬ ਵੀ ਗਲਤ ਨੇ ਔਰ ਮੁੱਖ ਮੰਤਰੀ ਵੀ ਗਲਤ ਨੇ, ਔਰ ਉਹੀ ਚੀਜ਼ ਕੱਲ ਸੁਪਰੀਮ ਕੋਰਟ ਦੇ ਵਿੱਚ ਵੀ ਹੋਈ। ਭਾਸਕਰ ਸਾਹਿਬ, ਸਾਡੇ ਲੋਕ ਵੀ ਉਦਾਹਰਨ ਨਾਲ ਸਮਝਣਾ ਚਾਹੁੰਦੇ ਆ ਤੇ ਪੋਲੀਟੀਸ਼ੀਅਨ ਉਦਾਹਰਨ ਨਾਲ ਸਮਝਾਉਣਾ ਚਾਹੁੰਦੇ ਆ। ਇਹ ਲੜੇ ਥੋੜਾ ਸੀ, ਵਿਆਹ ਦੇ ਵਿੱਚ ਕਿੰਨੇ ਖੁਸ਼ ਸੀਗੇ, ਜੱਫੀਆਂ ਪੈਂਡੀਆਂ ਸੀ, ਬਹੁਤ ਕੁਝ ਹੋਣ ਡਿਆ। ਇਹਨਾਂ ਨੇ ਆਪਣੇ ਲੋਕਾਂ ਨੂੰ ਐਜੂਕੇਟ ਕਰਨ ਲਈ ਇੱਕ ਛੋਟਾ ਜਿਹਾ ਡਰਾਮਾ ਕੀਤਾ ਸੀ, ਇਕੱਠੇ ਬਹਿ ਕੇ ਕਿਸੇ ਦਿਨ ਪ੍ਰੈਸ ਕਾਨਫਰੰਸ ਕਰਕੇ ਹੀ ਕਹਿ ਦੇਣ ਸਾਡੀ ਥੋੜਾ ਲੜਾਈ ਸੀ। ਅਸੀਂ ਤੇ ਚਾਹੁੰਦੇ ਆ ਸੰਵਿਧਾਨ ਨੂੰ ਸਮਝਣ ਸਾਡੇ ਲੋਕ, ਤੇ ਮੀਡੀਆ ਡਿਬੇਟ ਹੋਣ, ਟਰਾਇਲ ਹੋਣ, ਉਹਨਾਂ ਦੇ ਵਿੱਚੋਂ ਗੱਲਾਂ ਨਿੱਤਰ ਕੇ ਆਉਣ। ਚਲੋ, ਦੂਜਾ ਸਸੋਦੀਆ ਸਾਹਿਬ ਵਾਲਾ ਮਾਮਲਾ ਤੁਸੀਂ ਬਾਅਦ ਚ ਜ਼ਰੂਰ ਐਡਰੈਸ ਕਰ ਲਿਓ, ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਆ। ਅੱਜ ਅਸੀਂ ਬੜਾ ਗਿੱਲਾ ਪੀਣ ਨਹੀਂ ਪਾਉਣਾ। ਇੰਦਰਪ੍ਰੀਤ ਜੀ, ਆਹ ਪੁਲਿਸ ਦਾ ਰਤਬ ਬਦਲ ਕਰ ਛੱਡਿਆ, ਸਾਡੇ ਅੰਮ੍ਰਿਤਸਰ ਦੇ ਕਮਿਸ਼ਨਰ ਬਦਲਤੇ, ਨਵੇਂ ਕਮਿਸ਼ਨਰ ਨੌਨਿਹਾਲ ਸਿੰਘ ਲਾਤੇ, ਬੰਦੇ ਉਹ ਵੀ ਚੰਗੇ। ਸਵਾਲ ਇਸ ਗੱਲ ਦਾ ਵੀ ਹੈ ਕਿ ਇੰਟੈਲੀਜੈਂਸ ਚੀਫ ਵੀ ਬਦਲਤਾ। ਇੰਟੈਲੀਜੈਂਸ ਚੀਫ ਤਾਂ ਹੈ ਨਹੀਂ ਸੀ ਮੇਰੇ ਖਿਆਲ, ਜਤਿੰਦਰ ਔਲਖ ਤੋਂ ਬਾਅਦ ਇਹ ਖਾਲੀ ਜਗ੍ਹਾ ਸੀ ਪਈ ਹੋਈ। ਤੇ ਲਾਅ ਐਂਡ ਆਰਡਰ ਵੀ ਏਡੀਜੀਪੀ ਇੱਕ ਹੋਰ ਲਾਤਾ। ਇਹ ਸਾਰੀਆਂ ਗੱਲਾਂ ਨੂੰ ਤੋਰੋ ਜਰਾ, ਇਹਦੇ ਅਰਥ ਕੀ ਲਈਏ? ਦੇਖੋ ਰੰਧਾਵਾ ਸਾਹਿਬ, ਪਿਛਲੇ 2-3 ਦਿਨ ਤੋਂ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਦੇ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਲਗਾਤਾਰ ਸਰਕਾਰ ਤੇ ਅਟੈਕ ਕਰ ਰਹੀਆਂ ਸੀ। ਦੋ ਇਸ਼ੂਜ਼ ਨੂੰ, ਇੱਕ ਤਾਂ ਸੀਗਾ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ, ਚਾਹੇ ਉਹ ਅਜਨਾਲੇ ਵਾਲਾ ਮਾਮਲਾ ਹੋਵੇ ਜਾਂ ਜਿਹੜੇ ਕੱਲ ਪਰਸੋਂ 4 ਕਤਲ ਇੱਕੋ ਹੀ ਦਿਨ ਚ ਹੋਏ ਨੇ, ਤਾਂ ਉਹਨਾਂ ਨੂੰ ਲੈ ਕੇ ਸਰਕਾਰ ਬਹੁਤ ਟਾਰਗੇਟ ਤੇ ਤਾਂ ਸੀਗੀ ਹੋਈ। ਔਰ ਹਮੇਸ਼ਾ ਤੋਂ ਹੀ ਹੁੰਦਾ ਹੈ, ਜਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਗਾਜ਼ ਸਰਕਾਰੀ ਅਧਿਕਾਰੀਆਂ ਦੀ ਗਿਰਦੀ ਹੈ, ਉਹ ਬਦਲ ਦਿੰਦੇ ਨੇ। ਪਰ ਮੈਨੂੰ ਕਈ ਵਾਰ ਇਹ ਨਹੀਂ ਸਮਝ ਆਉਂਦਾ ਵੀ ਇਹਦੇ ਚ ਆਪਸ਼ਨ ਉਹਨਾਂ ਕੋਲ ਹੁੰਦੀ ਕੀ ਹੈ। 200 ਦਾ ਕਾਡਰ ਹੈ, 200 ਦੇ ਕਾਡਰ ਚੋਂ ਹੀ ਇੱਧਰ ਉੱਧਰ ਕਰਨੇ ਨੇ ਬੰਦੇ, ਔਰ ਉੱਪਰ ਟੌਪ ਤੇ ਉੱਪਰ ਕਿੰਨੇ ਹੁੰਦੇ ਨੇ, ਉਹੀ 15-20 ਬੰਦੇ, ਕਿ ਸਿਰ A ਨੂੰ ਬਦਲ ਕੇ B ਨੂੰ ਲਗਾਤਾ, B ਨੂੰ ਬਦਲ ਕੇ C ਨੂੰ ਲਗਾਤਾ। ਮਤਲਬ ਅਸਲ ਚ ਜਿਹੜੀ ਚੀਜ਼ਾਂ ਐਡਰੈਸ ਕਰਨ ਵਾਲੀਆਂ ਹੁੰਦੀਆਂ ਨੇ ਵੀ ਇਹ ਇਹਨਾਂ ਚੀਜ਼ਾਂ ਤੇ, ਜਿਹੜੀ ਮੈਂ ਆਪਾਂ ਉਸ ਦਿਨ ਗੱਲ ਵੀ ਕਰਦੇ ਸੀ ਕਿ ਜਿਹੜੀਆਂ ਚੀਜ਼ਾਂ ਲੀਡ ਲੈਣ ਵਾਲੀਆਂ ਹੁੰਦੀਆਂ ਨੇ, ਸਪੋਜ਼ ਕੋਈ ਵੱਡੀ ਘਟਨਾ ਹੋਈ ਹੈ, ਉਸ ਤੇ ਕੀ CM ਲੀਡ ਲੈ ਰਹੇ ਹੈ? ਕੀ CM ਨੇ ਅੱਗੇ ਆ ਕੇ ਕਿਹਾ ਇਹ ਗੱਲ ਕਿ ਮੈਂ ਇਹਨੂੰ ਇਸ ਤਰ੍ਹਾਂ ਕਰੂੰਗਾ, ਜਾਂ ਉਹਨਾਂ ਨੇ ਅਧਿਕਾਰੀਆਂ ਦੀ ਬੈਠਕ ਬੁਲਾ ਕੇ ਕਿਹਾ ਇਹ ਗੱਲ? ਜਦੋਂ ਤੁਸੀਂ ਆਪਣੇ DGP ਨੂੰ ਅੱਗੇ ਕਰ ਦਿੰਦੇ ਹੋ, ਖੁਦ ਪਿੱਛੇ ਰਹਿੰਦੇ ਹੋ, ਤਾਂ ਮੈਨੂੰ ਲੱਗਦਾ ਕਿ ਇਹ ਇੱਕ ਜਿਹੜਾ ਸੰਕੇਤ ਹੁੰਦਾ ਨਾ ਕਿ ਲੀਡ ਮੈਂ ਲੈ ਰਿਹਾ, ਉਹਦੀ ਘਾਟ ਮੈਨੂੰ ਝਲਕ ਰਹੀ ਹੈ। ਤੇ ਦੂਜਾ ਜਿਹੜਾ ਐਕਸਾਈਜ਼ ਵਾਲਾ ਇਸ਼ੂ ਹੈਗਾ, ਐਕਸਾਈਜ਼ ਵਾਲੇ ਇਸ਼ੂ ਚ ਵੀ ਦੇਖੋ ਤੁਸੀਂ, ਹਾਲਾਂਕਿ ਪੰਜਾਬ ਚ ਨਹੀਂ ਹੈ, ਚੱਲ ਮਾਮਲਾ ਦਿੱਲੀ ਚ ਰਿਹਾ, ਲੇਕਿਨ ਇੱਥੇ ਵੀ ਉਹਦੀ ਉਨੀ ਹੀ ਜਿਹੜੀ ਧਮਕ ਹੈ ਉਹ ਸੁਣ ਰਹੀ ਹੈ। ਅਧਿਕਾਰੀਆਂ ਦੇ ਵਿੱਚ ਡਰੇ ਹੋਏ ਨੇ ਅਧਿਕਾਰੀ। ਤੇ ਹੁਣ ਕੱਲ ਜਿਹੜੇ ਅਧਿਕਾਰੀ ਨਰੇਸ਼ ਦੂਬੇ, ਜਿਹੜੇ ਕਿ ਟੌਪ ਦੇ ਇਹਨਾਂ ਦੇ ਡਾਇਰੈਕਟਰ ਰਹੇ ਹੈ, ਕਮਿਸ਼ਨਰ ਰਹੇ ਹੈ, ਜੁਆਇੰਟ ਕਮਿਸ਼ਨਰ, ਔਰ ਕਈ ਸਾਲਾਂ ਤੋਂ ਜਿਹੜੀਆਂ ਹੈਗੀਆਂ ਡਿਸਟਿਲਰੀਜ਼ ਦਾ ਕੰਮ ਦੇਖ ਰਹੇ ਸੀਗੇ, ਉਹਨਾਂ ਤੋਂ ਲੈ ਕੇ ਥੱਲੇ ਤੱਕ ਦਾ ਕਾਫੀ ਅਮਲਾ ਜਿਹੜਾ ਹੈਗਾ ਉਹ ਚੇਂਜ ਕਰਤਾ ਹੈ। ਸੋ ਇੱਕ ਜਿਵੇਂ ਸੰਕੇਤ ਜਿਹਾ ਦੇਣਾ ਹੁੰਦਾ ਨਾ ਕਿ ਵੀ ਹਾਂ ਗਵਰਨਮੈਂਟ ਇਨ ਐਕਸ਼ਨ ਹੈ, ਇਸ ਤਰ੍ਹਾਂ ਦਾ ਹੀ ਇੱਕ ਉਹ ਦਿਖਾਇਆ। ਲੇਕਿਨ ਅਦਰਵਾਈਜ਼ ਜਿਹੜੀ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਐਕਚੁਅਲੀ ਨੁਕਤੇ ਪਕੜਨ ਵਾਲੇ ਨੇ, ਉਹ ਨੁਕਤੇ ਨਹੀਂ ਪਕੜੇ ਜਾ ਰਹੇ ਹੈਗੇ। ਤੁਸੀਂ ਦੇਖੋ ਵੀ ਆਪਾਂ ਜਿਹੜੀ 20 ਦਿਨ ਪਹਿਲਾਂ ਗੱਲ ਕਰ ਰਹੇ ਸੀ ED ਦੀ ਚਲਾਨ ਦੇ ਉੱਤੇ, ਵੀ ਉਹ ਆਰਮ ਟਵਿਸਟਿੰਗ ਕੀਤੀ ਗਈ, 2 ਇੱਥੇ ਡਿਸਟਿਲਰੀਆਂ ਬੰਦ ਕਰਕੇ ਸਾਰਾ ਕਾਰੋਬਾਰ ਜਿਹੜਾ ਹੈਗਾ ਹੋਲਸੇਲ ਦਾ ਦਿੱਲੀ ਦਾ ਲੈ ਲਿਆ ਗਿਆ। ਉਹਦੇ ਵਿੱਚ ਕੱਲ ਉਸ ਦਿਨ ਵੀ ਮੈਂ ਕਿਹਾ ਸੀ ਵੀ ਇਹ ਵਨ ਸਾਈਡਡ ਹੈ, ਹਜੇ ਤੱਕ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਹੈ, ਸਰਕਾਰ ਦਾ ਕੋਈ ਪੱਖ ਨਹੀਂ ਆ ਰਿਹਾ। ਕੱਲ ਅਸੀਂ ਲਗਾਤਾਰ ਇਸ ਤੇ ਕੋਸ਼ਿਸ਼ ਕਰਦੇ ਰਹੇ, ਕੋਸ਼ਿਸ਼ ਤਾਂ ਕਈ ਦਿਨਾਂ ਤੋਂ ਕਰ ਰਹੇ, ਲੇਕਿਨ ਕੱਲ ਇੱਕ ਗੈਰ ਰਸਮੀ ਗੱਲ ਦੇ ਵਿੱਚ ਮਤਲਬ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਵੀ ਅਸੀਂ ਕੋਈ ਆਰਮ ਟਵਿਸਟਿੰਗ ਨਹੀਂ ਕੀਤੀ ਤੇ ਕਿਤੇ ਕੁਝ ਬੰਦ ਨਹੀਂ ਕੀਤੀ, ਦਿਖਾਓ ਕਿੱਥੇ ਲਿਖਿਤ ਆਰਡਰ ਹੈ। ਇਹ ਵੀ ਉਹਨਾਂ ਨੂੰ ਕਿਹਾ ਵੀ ਲਿਖਿਤ ਆਰਡਰ ਤਾਂ ED ਵੀ ਕਹਿ ਰਹੀ ਹੈ ਵੀ ਹੈ ਹੀ ਨਹੀਂ, ਉਹ ਤਾਂ ਮੌਖਿਕ ਤੌਰ ਤੇ ਬੰਦ ਕੀਤੇ, ਤੇ ਸਰਕਾਰਾਂ ਕੋਲ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਹੀ ਨੇ ਬੰਦ ਕਰਨ ਦੇ। ਤੇ ਇਹ ਜਿਹੜੀ ਹੁਣ ਜਿਵੇਂ ਕੱਲ ਜੀਰਾ ਫੈਕਟਰੀ ਦੀ ਗੱਲ ਆਪਾਂ ਕਰ ਰਹੇ ਹਾਂ, ਜੀਰਾ ਫੈਕਟਰੀ ਦਾ ਵੀ ਕੱਲ ਕੋਰਟ 'ਚ ਇਹਨਾਂ ਨੇ ਦਿੱਤਾ, ਉਹ ਵੀ ਸੇਮ ਹੈ। ਹਾਲਾਂਕਿ ਜਿਹੜੀ ਮੇਨ ਰਿਪੋਰਟ ਹੈ ਉਹ ਲਖਨਊ ਤੋਂ ਹਜੇ ਤੱਕ ਨਹੀਂ ਆਈ ਹੈ। ਪੋਲੂਸ਼ਨ ਬੋਰਡ ਦੇ ਚੇਅਰਮੈਨ ਨਾਲ ਪਰਸੋਂ ਮੇਰੀ ਬਹੁਤ ਡਿਟੇਲ 'ਚ ਗੱਲ ਹੋਈ, ਤੇ ਉਹ ਕਹਿੰਦੇ ਵੀ ਸਾਡੇ ਕੋਲ ਹਜੇ ਉਹ ਰਿਪੋਰਟ ਨਹੀਂ ਆਈ ਜਿਹੜੀ ਵਾਟਰ ਦੀ ਸੀ, ਵਾਟਰ ਦੇ ਵਿੱਚ ਕਿੰਨਾ ਮਤਲਬ ਰਸਾਇਣਿਕ ਪਦਾਰਥ ਜਿਹੜਾ ਮਿਲ ਰਿਹਾ ਹੈਗਾ ਉਹ ਕਿੱਥੋਂ ਆ ਰਿਹਾ, ਕਿਉਂਕਿ ਜੀਰੇ ਤੇ ਜਿੱਥੇ ਇਹ ਅਸੀਂ ਸੈਂਪਲਿੰਗ ਕੀਤੀ ਹੈ ਉਹਦੇ ਆਸ-ਪਾਸ ਇਸ ਸ਼ਰਾਬ ਫੈਕਟਰੀ ਤੋਂ ਇਲਾਵਾ ਹੋਰ ਕੋਈ ਫੈਕਟਰੀ ਨਹੀਂ ਹੈਗੀ। ਤੇ ਜਿਹੜੇ ਰਸਾਇਣਿਕ ਪਦਾਰਥ ਨੇ ਉਹ ਕੀ ਨਾਮ ਹੈ ਇਸ 'ਚ ਯੂਜ਼ ਕੀਤੇ ਜਾਣ ਵਾਲੇ ਨੇ, ਫਸਲਾਂ ਦੇ ਉੱਤੇ ਉਹ ਯੂਜ਼ ਨਹੀਂ ਹੁੰਦੇ। ਸੋ ਇਦਾਂ ਦੀਆਂ ਕਈ ਗੱਲਾਂ ਨੇ ਜਿਹੜੀਆਂ ਆਪਸ 'ਚ ਰਲਗਟ ਨੇ, ਪਰ ਕੌਣ ਕਲੈਰਿਟੀ ਨਾਲ ਦੱਸੇ ਲੋਕਾਂ ਨੂੰ, ਇਹ ਨਹੀਂ ਆ ਰਿਹਾ ਅਜੇ ਤੱਕ। ਸੇਮ ਹੀ ਮੈਨੂੰ ਇਸ 'ਚ ਲੱਗ ਰਿਹਾ ਵੀ ਜਿਹੜਾ ਤੁਸੀਂ ਇਹ ਪ੍ਰਸ਼ਾਸਨਿਕ ਫੇਰ ਬਦਲ ਹੈ, ਇਹਨੂੰ ਵੀ ਤੁਸੀਂ ਇਸੇ ਐਂਗਲ ਨਾਲ ਹੀ ਦੇਖੋ ਕਿ ਲੋਕਾਂ ਨੂੰ ਬਸ ਇੱਕ ਦੱਸਣਾ ਹੋਵੇ ਕਿ ਜੀ ਹਾਂ ਗਵਰਨਮੈਂਟ ਇਨ ਐਕਸ਼ਨ ਹੈ, ਅਦਰਵਾਈਜ਼ ਐਕਸ਼ਨ ਕੋਈ ਖਾਸ ਹੈ ਨਹੀਂ ਹੈ।
ਤੁਹਾਡਾ ਮਤਲਬ ਹੈ ਕਿ ਦਵਾਈ ਬਦਲੀ ਹੈ, ਬਿਮਾਰੀ ਉਹੀ ਹੈ, ਦਵਾਈ ਬਦਲ ਕੇ ਵੇਖਣ ਦੀ ਕੋਸ਼ਿਸ਼ ਕਰ ਰਹੇ ਵੀ ਸ਼ਾਇਦ ਆਹ ਅਸਰ ਕਰ ਜੇ। ਭਾਸਕਰ ਸਾਹਿਬ ਤੁਹਾਡੇ ਵੱਲ ਮੈਂ ਆਉਣਾ, ਇੱਕ ਆਖਰੀ ਗੱਲ ਇੰਦਰਪ੍ਰੀਤ ਜੀ ਤੋਂ ਲੈ ਲਈਏ। ਜਿਹੜੀ ਗੱਲ ਤੁਸੀਂ ਬਾਂਹ ਮਰੋੜਨ ਵਾਲੀ ਕਰ ਰਹੇ ਹੋ, ਜਿੱਥੇ ਜਿਹੜੀ ਤੁਹਾਡੀ ਇੱਕ ਉੱਚ ਅਧਿਕਾਰੀ ਨਾਲ, ਇੱਕ ਜ਼ਿੰਮੇਵਾਰ ਉੱਚ ਅਧਿਕਾਰੀ ਨਾਲ, ਇਸ ਮਹਿਕਮੇ ਦੇ ਉੱਚ ਅਧਿਕਾਰੀ ਨਾਲ ਗੱਲ ਹੋਈ ਹੈ, ਔਰ ਜਿਹਦਾ ਨਾਮ ਹੀ ਬੋਲਦਾ ਰਿਹਾ ਕਿ ਉਹਨੂੰ ਫੇਸ ਕਰਨਾ ਪਿਆ ਕੁਝ ਇਸ ਤਰ੍ਹਾਂ ਦੀ ਹੀਟ ਈਡੀ ਜਾਂ ਬਾਕੀ ਮਾਮਲਿਆਂ 'ਚ, ਔਰ ਇਹ ਗੱਲ ਜਦੋਂ ਕਹੀ ਜਾ ਰਹੀ ਹੈ ਕਿ ਨਹੀਂ ਆਰਮ ਟਵਿਸਟਿੰਗ ਨਹੀਂ ਹੋਈ, ਕੋਈ ਬਾਂਹ ਨਹੀਂ ਮਰੋੜੀ ਗਈ, ਕੋਈ ਡਿਸਟਿਲਰੀ ਬੰਦ ਨਹੀਂ ਕੀਤੀ ਗਈ, ਤੇ ਇੱਕ ਜਿਹੜਾ ਹੋਰ ਤੱਥ ਪੇਸ਼ ਹੁੰਦਾ ਹੈ, ਉਹ ਤੱਥ ਪੇਸ਼ ਹੁੰਦਾ ਹੈ ਜਾਗਰਣ ਦੀ ਉਹ ਰਿਪੋਰਟ ਹੈ 6 ਫਰਵਰੀ ਦੀ, ਔਰ ਇਸੇ ਤਰੀਕੇ ਨਾਲ ਕੱਲ ਜਲੰਧਰੋਂ ਛਪਦੀ 8 ਫਰਵਰੀ 9 ਨੂੰ ਛਪੀ ਹੋਈ ਹੈ। ਇਹ ਦੋ ਚੀਜ਼ਾਂ ਤਾਂ ਅਜੇ ਕਲੀਅਰ ਹੋਣ ਵਾਲੀਆਂ, ਇਹ ਤਾਂ ਔਨ ਰਿਕਾਰਡ ਹੋਣਗੀਆਂ ਵੀ ਅਸੀਂ ਇਹੀ ਗੱਲ ਕਹੀ ਸੀਗੀ ਕਿ ਜੇ 50-52 ਲੱਖ ਕੋਈ ਜਮਾ ਹੋਇਆ ਮੁੱਖ ਮੰਤਰੀ ਰਿਲੀਫ ਫੰਡ 'ਚ, ਜਾਂ ਕੋਈ ਜੁਰਮਾਨੇ ਦੇ ਰੂਪ 'ਚ ਕੋਈ 20 ਲੱਖ 25 ਲੱਖ ਰੁਪਇਆ ਜਮਾ ਹੋਇਆ ਸਟੇਟ ਦੇ ਖਜ਼ਾਨੇ ਦੇ ਵਿੱਚ, ਤਾਂ ਉਹ ਤਾਂ ਰਿਕਾਰਡ ਤੇ ਹੋਊ ਨਾ, ਉਹਦੇ ਬਾਰੇ ਹੀ ਦੱਸਦਾ ਵੀ ਨਹੀਂ ਹੋਇਆ। ਹਾਂ, ਮਤਲਬ ਇਹਦੇ ਵਿੱਚ ਦੇਖੋ ਜਿਹੜਾ ਰਿਲੀਫ ਫੰਡ ਦੇ ਵਿੱਚ ਪੈਸਾ ਆਂਦਾ ਉਹ ਮਤਲਬ ਇਹ ਸ਼ੋ ਨਹੀਂ ਕਰਦਾ ਕਿ ਉਹ ਤੁਸੀਂ ਜੁਰਮਾਨੇ ਦੇ ਤੌਰ ਤੇ ਲਿੱਤਾ। ਉਹ ਤਾਂ ਕੰਪਨੀਆਂ ਵੈਸੇ ਵੀ ਜਦੋਂ ਇਸ ਕਿਸਮ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਤਾਂ ਮੁੱਖ ਮੰਤਰੀ ਰਿਲੀਫ ਫੰਡ 'ਚ ਪੈਸਾ ਕੰਪਨੀਆਂ ਦਿੰਦੀਆਂ ਰਹਿੰਦੀਆਂ ਨੇ। ਜਿਹੜਾ ਜੁਰਮਾਨਾ ਹੁੰਦਾ ਫਿਰ ਉਹ ਖਜ਼ਾਨੇ ਦੇ ਵਿੱਚ ਆਂਦਾ ਨਾ, ਤੇ ਇਸ ਕਰਕੇ ਥੋੜਾ ਜਿਹਾ ਉੱਥੇ ਇਹ ਤਕਨੀਕੀ ਨੁਕਤਾ ਜਿਹਾ ਹੈਗਾ ਕਿ ਉਹ ਆਰਮ ਟਵਿਸਟਿੰਗ ਕਰਕੇ 51 ਲੱਖ ਰੁਪਏ ਲਿਆ ਗਿਆ ਜਾਂ ਕੰਪਨੀਆਂ ਨੂੰ ਵੈਸੇ ਹੀ ਮਜਬੂਰ ਕੀਤਾ ਗਿਆ ਕਿ ਤੁਸੀਂ ਉਹਦੇ 'ਚ ਪੈਸੇ ਦੇ ਦਿਓ। ਸੋ ਇਹ ਤਾਂ ਤੱਥ ਬਿਲਕੁਲ ਸਾਫ਼ ਹੋ ਜਾਣਗੇ ਕਿਉਂਕਿ ਉਹ ਚੈੱਕ ਰਾਹੀਂ ਪੇਮੈਂਟਾਂ ਹੁੰਦੀਆਂ ਨੇ ਤੇ ਚੈੱਕ ਤਾਂ ਉਹਦੇ 'ਚ ਨਿਕਲ ਆਉਂਦੇ ਨੇ। ਆਰਟੀਆਈ 'ਚ ਕੋਈ ਵੀ ਇਸ ਤੋਂ ਲੈ ਸਕਦਾ ਕਿ ਇਹ ਕੰਪਨੀ ਨੇ ਇੰਨੀ ਤਰੀਕ ਨੂੰ ਕੀ 51 ਲੱਖ ਰੁਪਏ ਦਿੱਤਾ ਕਿ ਨਹੀਂ ਦਿੱਤਾ, ਇਹ ਤਾਂ ਆ ਜਾਣਗੇ। ਇਹ ਇੰਨੀ ਇੰਪੋਰਟੈਂਟ ਨਹੀਂ ਗੱਲ ਹੈਗੀ ਕਿ ਦਿੱਤਾ ਨਹੀਂ ਪੈਸਾ, ਮਤਲਬ ਇਹ ਉਸ 'ਚ ਨਹੀਂ ਆਊਗਾ ਕਿ ਵੀ ਇਹ ਜੁਰਮਾਨਾ ਲਗਾ ਕੇ ਦਿੱਤਾ, ਕਿਉਂਕਿ ਰਿਲੀਫ ਫੰਡ 'ਚ ਪੈਸਾ ਜੁਰਮਾਨੇ ਦੇ ਤੌਰ ਤੇ ਨਹੀਂ ਆਉਂਦਾ ਹੈਗਾ। ਇੰਦਰਪ੍ਰੀਤ ਜੀ, ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਤਾਂ ਲੀਡ ਨਿੱਕੀ ਲੈਂਦੀਆਂ ਨੇ। ਜਿਹੜਾ ਮੁੱਖ ਮੰਤਰੀ ਰਿਲੀਫ ਫੰਡ 'ਚ ਗਿਆ ਉਹ ਤਾਂ ਇੱਕ ਦਾਨ ਹੈ ਨਾ, ਪਰ ਜਿਹਨੇ ਦਿੱਤਾ ਹੈ ਉਹਨੇ ਦਾਨ ਦੇ ਰੂਪ 'ਚ ਦਿੱਤਾ ਹੈ ਕਿ ਜਾਂ ਉਹਨੇ ਔਖੇ ਹੋ ਕੇ ਦਿੱਤਾ, ਇਹ ਸਵਾਲ। ਦੂਜੇ ਬੰਨੇ ਉਹਦੇ 'ਚ ਪਹਿਲੀ ਜਿਹੜੀ ਜਾਗਰਣ ਦੀ ਰਿਪੋਰਟ ਆ ਰਹੀ ਸੀਗੀ ਈਡੀ ਦੀ ਦੂਜੀ ਚਾਰਜਸ਼ੀਟ ਦੇ ਆਧਾਰ ਤੇ, ਜਿਹੜੀ 6 ਤਰੀਕ ਦੀ 6 ਫਰਵਰੀ ਦੀ ਅਖਬਾਰ 'ਚ ਛਪੀ ਹੈ, ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੁਰਮਾਨੇ ਦੀ ਰਕਮ ਅਲੱਗ ਸੀ ਔਰ 51 ਜਾਂ 50 ਲੱਖ ਰੁਪਇਆ ਮੁੱਖ ਮੰਤਰੀ ਰਿਲੀਫ ਫੰਡ 'ਚ ਵੱਖਰਾ ਦਿੱਤਾ ਗਿਆ। ਭਾਸਕਰ ਸਾਹਿਬ ਕੁਝ ਕਹਿ ਰਹੇ। ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਸ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ ਵੀ ਨਹੀਂ ਐਦਾਂ ਦੀ ਕੋਈ ਡਿਸਟਿਲਰੀ ਅਸੀਂ ਬੰਦ ਨਹੀਂ ਕੀਤੀ ਸੀਗੀ, ਅਸੀਂ ਜਦ ਖਬਰ ਦੇ ਵਿੱਚ ਗੱਲ ਕੀਤੀ ਸੀਗੀ ਉਹ ਈਡੀ ਦੇ ਉਸ ਸੈਕਿੰਡ ਚਲਾਨ ਦੇ ਬਾਰੇ 'ਚ ਕੀਤੀ ਸੀ ਕਿ ਉਸ ਸੈਕਿੰਡ ਚਲਾਨ ਦੇ ਵਿੱਚ ਇੱਕ ਡੇਟ ਦਾ ਇੱਕ ਉਹ ਜਿਹੜੀ ਹੈਪਨਿੰਗ ਹੋਈ ਸੀਗੀ ਉਹਦੇ ਬਾਰੇ ਜ਼ਿਕਰ ਸੀਗਾ। ਹੁਣ ਅਫਸਰ ਸਾਹਿਬ ਜਦ ਸਾਨੂੰ ਕਹਿ ਰਹੇ ਨੇ ਕਿ ਵੀ ਐਦਾਂ ਦਾ ਕੁਝ ਨਹੀਂ ਹੋਇਆ ਸੀ, ਤੇ ਉੱਥੇ ਹੀ ਕਹਿ ਦੇਣ ਜਿੱਥੇ ਈਡੀ ਨੇ ਚਾਰਜਸ਼ੀਟ ਦਿੱਤੀ ਹੈ, ਪਰ ਉੱਥੇ ਜਾਣ ਨੂੰ ਤੇ ਡਰ ਲੱਗਦਾ ਕਿਉਂਕਿ ਮੱਲੋ ਮੱਲੀ ਆਪਾਂ ਪਾਰਟੀ ਕਿਉਂ ਬਣੀਏ। ਜੇ ਨਹੀਂ ਹੋਇਆ ਤੇ ਅਫਸਰ ਸਾਹਿਬਾਨ ਉੱਥੇ ਪਹੁੰਚ ਜਾਣ, ਦਰਵਾਜ਼ਾ ਖਟਖਟਾਣ ਕੋਰਟ ਦਾ ਜੀ ਈਡੀ ਗਲਤ ਹੈ, ਪਰ ਫਿਰ ਆ ਬੈਲ ਮੁਝੇ ਮਾਰ, ਇਹ ਵਾਲੀ ਗੱਲ ਵੀ ਕਈ ਵਾਰ ਸਾਬਿਤ ਹੋ ਜਾਂਦੀ ਹੈ। ਪਰ ਹਾਂ, ਪੰਜਾਬ ਵੱਲ ਈਡੀ ਆ ਰਹੀ ਹੈ, ਜਿਹਦਾ ਜ਼ਿਕਰ ਕੱਲ ਮਨਜਿੰਦਰ ਸਿਰਸਾ ਉਹਨਾਂ ਨੇ ਕੀਤਾ ਕਿ ਮੈਂ ਪਿਛਲੇ ਸਾਲ 2022 ਦੇ ਵਿੱਚ ਇੱਕ ਕੰਪਲੇਂਟ ਕੀਤੀ ਸੀ, ਜਿਹਦੇ ਬਾਅਦ ਕੁਝ ਗਤੀਵਿਧੀਆਂ ਈਡੀ ਦੀ ਹੋਈ ਸੀ। ਹੁਣ ਈਡੀ ਵਾਲੇ ਪੰਜਾਬ ਆ ਸਕਦੇ ਨੇ ਜਾਂ ਆ ਰਹੇ ਨੇ, ਤਦ ਇਹ ਗੱਲ ਅਫਸਰ ਸਾਹਿਬਾਨ ਉਹਨਾਂ ਨੂੰ ਕਹਿ ਦੇਣ ਕਿ ਜੀ ਤੁਹਾਡੀ ਉਹ ਜਿਹੜੀ ਦੂਜਾ ਚਲਾਨ ਸੀਗਾ ਉਹਦੇ ਵਿੱਚ ਤੁਸੀਂ ਬੜੀ ਗਲਤ ਗੱਲਾਂ ਕੀਤੀ ਹੈ ਕਿ ਅਸੀਂ ਕੋਈ ਮੌਖਿਕ ਰੂਪ ਨਾਲ ਕੋਈ ਡਿਸਟਿਲਰੀਆਂ ਬੰਦ ਕੀਤੀ ਸੀ, ਅਸੀਂ ਉਹਦੇ ਤੇ ਕੰਟੈਸਟ ਕਰਨਾ ਚਾਹੁੰਦੇ ਹਾਂ। ਕੈਵੀਏਟ ਹੀ ਲਾ ਦੇਣੀ ਕੋਰਟ ਦੇ ਵਿੱਚ ਕਿ ਜੀ ਗਲਤ ਗੱਲਾਂ ਨਾ ਕਰੋ, ਅਸੀਂ ਏਦਾਂ ਦਾ ਕੁਝ ਨਹੀਂ ਕੀਤਾ, ਪਰ ਏਦਾਂ ਦਾ ਕੋਈ ਕੁਝ ਕਰਦਾ ਨਹੀਂ ਹੁੰਦਾ। ਹੁਣ ਈਡੀ ਜਦ ਪੰਜਾਬ ਦੇ ਵਿੱਚ ਆਏਗੀ, 4 ਅਕਿਊਜ਼ ਦੇ ਨਾ ਉਹਨਾਂ ਨੇ ਮਨਜਿੰਦਰ ਸਿਰਸਾ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਲਿਖੇ ਹੋਏ ਨੇ। ਰਾਘਵ ਚੱਡਾ 50 ਨੰਬਰ ਕੋਠੀ ਦਾ ਵੀ ਜ਼ਿਕਰ ਹੈ, ਵਿਜੇ ਨਾਇਰ ਜਿਹੜਾ ਆਲਰੇਡੀ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਦੇ ਕੇਸ ਦੇ ਵਿੱਚ ਅੰਦਰ ਨੇ, ਔਰ ਇੱਕ ਨਵਾਂ ਨਾਂ ਜ਼ਰੂਰ ਉਹਨਾਂ ਨੇ ਜੋੜਿਆ ਜਿਹੜੇ ਮੁਹੱਲੀ ਦੇ SAS ਨਗਰ ਦੇ MLA ਨੇ ਕੁਲਵੰਤ ਸਿੰਘ ਹੋਣਾ, ਕਿ ਵੀ ਉਹ ਵੀ ਇਹਦੇ ਵਿੱਚ ਕਿਸ ਤਰੀਕੇ ਨਾਲ ਇਨਵੋਲਵ ਨੇ। ਸਾਊਥ ਲੌਬੀ ਦਾ ਜ਼ਿਕਰ ਹੋਇਆ, ਉਹੀ ਲੌਬੀ ਇੱਥੇ ਨੇ, 2 ਵੱਡੇ ਠੇਕੇਦਾਰਾਂ ਦਾ ਜ਼ਿਕਰ ਹੈਗਾ। ਇਹ ਸਾਰੇ ਜ਼ਿਕਰਾਂ ਦੇ ਉੱਤੇ ਦਿੱਲੀ ਤੋਂ ਵਿਹਲੇ ਹੋ ਕੇ ਹੁਣ ਈਡੀ ਪੰਜਾਬ ਵੱਲ ਵੀ ਆ ਸਕਦੀ ਹੈ, ਤਦ ਅਫਸਰਾਂ ਨੂੰ ਵੀ ਮੌਕਾ ਮਿਲੇਗਾ ਕਿ ਜਿਹੜੀ ਗੱਲਾਂ ਨੂੰ ਉਹ ਈਡੀ ਦੇ ਸਾਹਮਣੇ ਕਰਨਾ ਚਾਹੁੰਦੇ ਨੇ, ਜਿਹਨੂੰ ਫਿਲਹਾਲ ਸਾਡੇ ਸਾਹਮਣੇ ਰੱਖ ਕੇ ਉਹ ਆਪਣੀ ਗੱਲ ਨੂੰ ਕਹਿਣਾ ਚਾਹੁੰਦੇ ਨੇ, ਉੱਥੇ ਵੀ ਮੌਕਾ ਮਿਲੇਗਾ ਕਹਿਣ ਦਾ। ਭਾਸਕਰ ਸਾਹਿਬ, ਜਿਹੜੀ ਮਨਜਿੰਦਰ ਸਿੰਘ ਸਿਰਸਾ ਨੇ ਸ਼ਿਕਾਇਤ ਕੀਤੀ ਆ ਈਡੀ ਨੂੰ, ਉਹ 13 ਸਤੰਬਰ 2022 ਦੀ ਆ, ਉੱਥੇ ਰਿਸੀਵ ਹੋਈ ਆ ਈਡੀ ਦਫ਼ਤਰ ਦੇ ਵਿੱਚ, ਉਹਨਾਂ ਦੀ ਸਟੈਂਪ ਦੇ ਨਾਲ ਇਹ ਅੱਗੇ ਵਧੀ ਆ ਸਾਰੀ, ਔਰ ਇਹੀ ਕੰਪਲੇਂਟ ਜਿਹੜੀ ਆ ਉਹਨਾਂ ਨੇ ਦੁਬਾਰਾ ਕੱਲ ਫਿਰ ਭੇਜ ਕੇ ਮੀਡੀਆ ਨੂੰ ਜਾਰੀ ਕੀਤੀ ਆ ਕਿ ਦੇਖੋ ਇੱਥੇ ਪੰਜਾਬ ਦੇ ਵਿੱਚ ਵੀ ਉਹੀ ਲੋਕ, ਉਹੀ ਕਾਰੋਬਾਰੀ,
ਇਹ ਆ ਰਹੇ ਨੇ ਇੱਥੇ ਵੀ ਇੱਕ ਵਾਰੀ ਦੇਖੋ, ਔਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਵਾਰੀ ਫਿਰ ਜਾਂਚ ਦੇ ਵਿੱਚ ਆਉਣ ਵਾਲੇ ਮਾਮਲੇ, ਕਿਉਂ ਇੰਦਰਪ੍ਰੀਤ ਜੀ ਇਹ ਗੱਲ ਹੁਣ ਰੁਕਣ ਵਾਲੀ ਨਹੀਂ, ਇਹ ਜਾਂਚ ਤੁਰੰਤ ਮੇਰੇ ਖਿਆਲ ਸ਼ੁਰੂ ਹੋ ਰਹੀ ਆ, ਮੇਰੇ ਖਿਆਲ ਸਮਨਿੰਗ ਹੋਣੀ ਸ਼ੁਰੂ ਹੋ ਗਈ ਹੋਊਗੀ ਹੁਣ ਤੱਕ। ਰੰਧਾਵਾ ਸਾਹਿਬ, ਮੈਂ ਇਹਨੂੰ ਦੂਸਰੇ ਨਜ਼ਰੀਏ ਨਾਲ ਵੀ ਦੇਖਦਾ। ਇੱਕ ਮਤਲਬ ਮੈਨੂੰ ਜੋ ਲੱਗਦਾ ਹੈਗਾ ਕਿ ਇਹ 2024 ਨੂੰ ਦੇਖ ਕੇ ਵੀ ਚੱਲ ਰਿਹਾ ਕੰਮ, ਕਿਉਂਕਿ ਤੁਸੀਂ ਦੇਖੋ ਜਦੋਂ ਵੀ ਇਸ ਤਰ੍ਹਾਂ ਦੇ ਇਲੈਕਸ਼ਨਸ ਆਉਂਦੇ ਆ, ਵੱਡੇ ਇਲੈਕਸ਼ਨਸ ਆਉਂਦੇ ਆ, ਤਾਂ ਜਿੱਥੇ ਵੀ ਭਾਜਪਾ ਨਹੀਂ ਹੈ ਔਰ ਉਹਨੇ ਪੈਰ ਪਸਾਰਨੇ ਹੈ, ਉੱਥੇ ਉਹਨਾਂ ਦੇ ਉਹ ਆਪੋਜੀਸ਼ਨ ਪਾਰਟੀਆਂ ਨੂੰ ਤੰਗ ਕਰਦੇ ਆ। ਇਹ ਮਤਲਬ ਐਲੀਗੇਸ਼ਨਸ ਪੋਲੀਟੀਕਲ ਪਾਰਟੀਆਂ ਲਗਾਉਂਦੀਆਂ ਰਹੀਆਂ ਨੇ, ਚਾਹੇ ਉਹ ਵੈਸਟ ਬੰਗਾਲ ਦੇ ਵਿੱਚ ਦੇਖੋ ਜਦੋਂ ਉਹਨਾਂ ਦੇ ਇਲੈਕਸ਼ਨਸ ਹੋਏ ਸੀ, ਉਸ ਤੋਂ ਬਾਅਦ ਈਡੀ ਫਿਰ ਚੁੱਪ ਹੀ ਹੋ ਗਈ ਉਹਨਾਂ ਸਾਰੇ ਮਾਮਲਿਆਂ 'ਚ। ਇਸੇ ਤਰ੍ਹਾਂ ਹੀ ਇੱਥੇ ਵੀ ਹੈ। ਹੁਣ ਮਨਜਿੰਦਰ ਸਿਰਸਾ ਹੋਰੀ ਕਹਿ ਰਹੇ ਹੈ ਕਿ ਈਡੀ ਇੱਥੇ ਆਏਗੀ, ਪਰ ਮਨਜਿੰਦਰ ਸਿਰਸਾ ਨੂੰ ਈਡੀ ਦੀ ਗਤੀਵਿਧੀਆਂ ਬਾਰੇ ਕੀ ਪਤਾ ਕਿ ਈਡੀ ਦੇ ਅਧਿਕਾਰੀ ਉਹਨੂੰ ਦੱਸ ਰਹੇ ਨੇ ਜਾਂ ਬੀਜੇਪੀ, ਕਿਉਂਕਿ ਹੁਣ ਮਨਜਿੰਦਰ ਸਿਰਸਾ ਭਾਜਪਾ ਦੇ ਵੱਡੇ ਨੇਤਾ ਨੇ, ਜਾਂ ਕੀ ਉਹ ਉਹਨਾਂ ਦੇ ਉੱਤੇ ਦਬਾਅ ਪਾ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਜਾਇਆ ਜਾਏ। ਸੋ ਮੇਰਾ ਇੱਕ ਪੁਆਇੰਟ ਆਫ ਵਿਊ ਇੱਥੇ ਇਹਦਾ ਵੀ ਹੈਗਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਉਹਨਾਂ ਨੇ ਕਿਹਾ ਵੀ ਉਹੀ ਬੰਦੇ ਇੱਥੇ ਵੀ ਕਾਰੋਬਾਰ ਕਰ ਰਹੇ ਨੇ, ਉਹੀ ਬੰਦੇ ਦਿੱਲੀ ਵੀ ਕਾਰੋਬਾਰ ਕਰ ਰਹੇ ਹੈ। ਇਸ ਤੇ ਵੀ ਕੱਲ ਉਹਨਾਂ ਨਾਲ ਗੱਲ ਹੋਈ ਸੀਗੀ, ਜਿਨ੍ਹਾਂ ਅਧਿਕਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਜੀ ਪੂਰੇ ਕੰਟਰੀ ਦੇ ਵਿੱਚ ਸਿਰਫ 24-25 ਬੰਦੇ ਨੇ ਜਿਹੜੇ ਸ਼ਰਾਬ ਦੇ ਵੱਡੇ ਕਾਰੋਬਾਰ 'ਚ ਸ਼ਾਮਲ ਨੇ। ਤਾਂ ਨੈਚੁਰਲੀ ਆ ਕਿ ਉਹ ਇੱਕ ਸਟੇਟ ਤੱਕ ਤਾਂ ਸੀਮਿਤ ਨਹੀਂ ਰਹਿਣਗੇ, 2-2 3-3 4-4 ਸਟੇਟਾਂ ਦੇ ਵਿੱਚ ਕੰਮ ਕਰਦੇ ਆ, ਜਿੱਥੇ ਜਿੱਥੇ ਉਹਨਾਂ ਦਾ ਹੱਥ ਪੈਂਦਾ ਕਾਰੋਬਾਰ ਤਾਂ ਉਹ ਕਰ ਹੀ ਸਕਦੇ ਆ। ਤੇ ਸਾਡੇ ਕੋਲ ਜਦੋਂ ਜ਼ਿਆਦਾ ਆਪਸ਼ਨਸ ਹੀ ਨਹੀਂ ਹੈਗੀਆਂ ਤਾਂ ਅਸੀਂ ਇਹਨਾਂ ਚਾਰਾਂ ਤੋਂ ਹੀ ਕੰਮ ਕਰਵਾਉਣਾ ਨਾ। ਤਾਂ ਇਹ ਵੀ ਉਹਨਾਂ ਦਾ ਇੱਕ ਪੁਆਇੰਟ ਸੀ ਜਿਹੜਾ ਇਹ ਆਰੋਪ ਲੱਗ ਰਿਹਾ ਕਿ ਉਹੀ ਬੰਦੇ ਦਿੱਲੀ ਕੰਮ ਕਰ ਰਹੇ ਨੇ, ਉਹੀ ਬੰਦੇ ਇੱਥੇ ਕੰਮ ਕਰ ਰਹੇ ਨੇ। ਇੰਦਰਪ੍ਰੀਤ ਜੀ, ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ, ਭਾਜਪਾ ਨੇ ਕਦੇ ਵੀ ਅੱਜ ਤੱਕ ਆਪਣੇ ਵਿਰੋਧੀ ਨੂੰ ਬਖਸ਼ਿਆ ਨਹੀਂ ਸਿਆਸੀ ਤੌਰ ਤੇ, ਔਰ ਸਰਕਾਰਾਂ ਤੋੜਨ ਬਣਾਉਣ ਦਾ ਉਹਨਾਂ ਦਾ ਇੱਕ ਰਿਕਾਰਡ ਹੈ। ਉਹਨਾਂ ਨੂੰ ਕਦੇ ਵੀ ਤੁਸੀਂ ਦੁੱਧ ਧੋਤੇ ਨਹੀਂ ਕਹਿ ਸਕਦੇ। ਉਹ ਵੋਟ ਲੈਣ ਲਈ ਧਰੁਵੀਕਰਨ ਤੋਂ ਲੈ ਕੇ ਬੰਦੇ ਤੋੜਨ ਤੱਕ ਸਾਰਾ ਕੁਝ ਉਹ ਕਰਦੇ ਰਹੇ ਆ, ਇਹ ਔਨ ਰਿਕਾਰਡ ਆ। ਔਰ ਹੁਣ ਤਾਂ ਇਹ ਸਥਿਤੀ ਹੈ ਵੀ ਜਿੱਥੇ ਕਿਤੇ 5-7 MLAs ਦੇ ਨਾਲ ਸਰਕਾਰ ਬਣਾਉਣ ਦੀ ਨੌਬਤ ਆਈ ਹੋਵੇ ਤੇ ਵਿਰੋਧੀ ਇਹ ਸੋਚ ਕੇ ਡਰਨ ਲੱਗ ਪੈਂਦੇ ਵੀ ਸਰਕਾਰ ਬਣਾ ਵੀ ਪਾਵਾਂਗੇ ਕਿ ਨਹੀਂ। ਤੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਇਹਦੇ 'ਚ ਕੋਈ ਕਲੀਨ ਚਿੱਟ ਦੇ ਹੀ ਨਹੀਂ ਸਕਦਾ। ਪਰ ਸਵਾਲ ਇਸ ਗੱਲ ਦਾ ਹੈ ਕਿ ਜਦੋਂ ਸਟੇਟ ਦੀ ਅਥਾਰਟੀ ਹੈ, ਉਹਨਾਂ ਦਾ ਇੱਕ ਅਧਿਕਾਰ ਹੈ ਕਿ ਉਹ ਨੀਤੀ ਬਣਾ ਸਕਣ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਸਵਾਲ ਇਹ ਹੈ ਕਿ ਇੱਕੋ ਜੀ ਸ਼ਰਾਬ ਨੀਤੀ ਦਾ ਬਣਾਇਆ ਜਾਣਾ, ਜੇਕਰ ਇਹ ਤੱਥ ਐਸਟੈਬਲਿਸ਼ ਹੋ ਗਏ ਕਿ ਹੋਲਸੇਲਰ ਨੂੰ 12% ਪ੍ਰੋਫਿਟ ਦੇਣ ਦਾ ਇੱਕ ਪ੍ਰਾਵਧਾਨ ਲਿਆਂਦਾ ਗਿਆ, ਪਰ ਉਹ 12% ਦੇ ਵਿੱਚੋਂ ਕੁਝ ਪੈਸੇ ਪਾਰਟੀ ਨੂੰ, ਸੱਤਾਧਾਰੀਆਂ ਨੂੰ ਜਾਣੇ ਸੀ। ਰੌਲਾ ਤੇ ਇਸ ਗੱਲ ਤੇ ਪਿਆ ਹੋਇਆ ਨਾ ਕਿ ਸਵਾਲ ਇਹ ਹੈ ਕਿ ਇਹ ਨੀਤੀ ਲਿਆਂਦੀ ਇਸ ਕਰਕੇ ਗਈ, ਦੋਸ਼ ਇਹ ਨੇ, ਦੋਸ਼ਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ। ਜੇ ਕਿਧਰੇ ਇਹ ਤੱਥ ਐਸਟੈਬਲਿਸ਼ ਹੋ ਗਏ, ਮੰਨ ਲਓ ਪੈਸੇ ਦਾ ਲੈਣ ਦੇਣ, ਫਿਰ ਪੰਜਾਬ ਤਾਂ ਸ਼ੱਕ ਦੇ ਵਿੱਚ ਆਊਗਾ ਕਿ ਨਹੀਂ, ਕਿਉਂਕਿ ਸੇਮ ਪੈਟਰਨ ਜੇ ਇੱਕ ਜਗ੍ਹਾ ਦੂਜੀ ਜਗ੍ਹਾ ਵੀ ਇੰਪਲੀਮੈਂਟ ਹੁੰਦਾ ਤੇ ਪਹਿਲੀ ਜਗ੍ਹਾ ਦੇ ਉੱਤੇ ਇਹ ਗਲਤ ਪਾਇਆ ਜਾਂਦਾ ਕਿ ਹਾਂ ਇਹਦੇ ਵਿੱਚ ਤੁਸੀਂ ਰਿਸ਼ਵਤ ਲਈ ਆ, ਇਸ ਰੂਪ ਚ ਲਈ ਆ, ਉਹਨੂੰ ਲੀਗਲਾਈਜ਼ ਕਰਕੇ ਲਿਆ ਵਾ। ਔਰ ਜੇ ਇਹ ਪੰਜਾਬ ਦੇ ਵਿੱਚ ਸੇਮ ਚੀਜ਼ਾਂ ਵਾਪਰਦੀਆਂ, ਸੇਮ ਕੰਪਨੀਆਂ, ਸੇਮ ਪੈਟਰਨ, ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਉਹੋ ਜਿਹੇ ਕੇਸ ਇੱਥੇ ਵੀ ਚੱਲੂਗਾ। ਹਾਂ, ਨਹੀਂ, ਇਹਦੇ ਚ ਮੇਰਾ ਇਹ ਰੰਧਾਵਾ ਸਾਹਿਬ ਇਹ ਸੀ ਪੁਆਇੰਟ ਜਿਹੜਾ ਸੀਗਾ, ਜਿਹੜਾ ਸ਼ੱਕ ਦੇ ਦਾਇਰੇ ਚ ਨੁਕਤਾ, ਉਹ ਇਹ ਹੈਗਾ ਕਿ ਜਦੋਂ ਕੈਬਨਿਟ ਅਪਰੂਵ ਕਰ ਰਹੀ ਹੈ ਇੱਕ ਪਾਲਿਸੀ ਨੂੰ, ਤਾਂ ਕੀ ਉਹਦੇ ਚ ਉਹ ਸਾਰੀਆਂ ਮਦਾਂ ਹੈਗੀਆਂ ਨੇ ਕਿ ਨਹੀਂ, ਜਾਂ ਕੈਬਨਿਟ ਦੀ ਅਪਰੂਵਲ ਤੋਂ ਬਾਅਦ ਕੁਝ ਮਦਾਂ ਸ਼ਾਮਲ ਕੀਤੀਆਂ ਗਈਆਂ ਨੇ ਇੰਡੀਵਿਜੂਅਲੀ ਤੌਰ ਤੇ, ਜੋ ਮਤਲਬ ਕਿ ਮਨੀਸ਼ ਸਿਸੋਦੀਆ ਉੱਤੇ ਐਲੀਗੇਸ਼ਨ ਲੱਗ ਰਹੇ ਕਿ ਉਹ ਬਾਅਦ ਚ ਉਹਨਾਂ ਨੇ ਸੀਐਮ ਦੇ ਘਰ ਬੁਲਾ ਕੇ ਇੱਕ 12% ਦੀ ਇੱਕ ਮਦ ਐਡ ਕੀਤੀ ਹੈ। ਸਪੋਜ਼ ਕਰੋ ਕਿ ਪੰਜਾਬ ਦੀ ਨੀਤੀ ਦੇ ਵਿੱਚ ਪਹਿਲਾਂ ਤੋਂ ਹੀ ਕੈਬਨਿਟ ਨੇ ਉਹ ਚੀਜ਼ ਸਾਰੀ ਅਪਰੂਵ ਕੀਤੀ ਹੈ, ਤਾਂ ਮੈਨੂੰ ਲੱਗਦਾ ਕਿ ਉੱਥੇ ਫਿਰ ਇਹ ਸ਼ੱਕ ਤੋਂ ਬਾਹਰ ਹੋ ਜਾਊਗਾ, ਫਿਰ ਇਸ ਤੇ ਨਹੀਂ ਆਊਗਾ। ਇੰਦਰਪ੍ਰੀਤ ਜੀ, ਸਵਾਲ ਇੱਥੇ ਭਾਸਕਰ ਸਾਹਿਬ ਵੱਲ ਮੈਂ ਜਾਣਾ, ਮੇਰਾ ਸਵਾਲ ਸਿਰਫ ਇੰਨਾ ਹੈ ਕਿ ਨੀਤੀ ਦੇ ਵਿੱਚ ਜੋ ਕੁਝ ਵੀ ਹੈ, ਨੀਤੀ ਤੋਂ ਬਾਹਰ ਜੇਕਰ ਆ ਕੇ ਕੁਝ ਚੀਜ਼ਾਂ ਆਰਡਰ ਕੀਤੀਆਂ ਗਈਆਂ ਨਵੀਆਂ, ਤੇ ਉਹ ਬੰਦਾ ਜ਼ਿੰਮੇਵਾਰ ਹੋਊਗਾ ਜਿਹਨੇ ਉਹ ਡਾਇਰੈਕਸ਼ਨ ਦਿੱਤੀ, ਜਿਹਨੇ ਇਸ ਤਰ੍ਹਾਂ ਦੇ ਆਰਡਰ ਕੀਤੇ। ਪਰ ਮੇਰੇ ਖਿਆਲ ਕੋਈ ਵੀ ਇਸ ਤਰ੍ਹਾਂ ਕਰਦਾ ਨਹੀਂ, ਤੇ ਨਾ ਕੋਈ ਅਧਿਕਾਰੀ ਇਹੋ ਜਿਹੇ ਕਾਗਜ਼ ਤੇ ਸਾਈਨ ਕਰਦਾ। ਇਸ ਤਰ੍ਹਾਂ ਨਹੀਂ ਹੋਇਆ ਹੋਊਗਾ। ਸਵਾਲ ਇਹ ਆ, ਨੀਤੀ ਬਣ ਗਈ, ਉਹਦੇ ਚ 12% ਦਾ ਲਾਭ ਦਿੱਤਾ ਗਿਆ ਹੋਲਸੇਲਰ ਨੂੰ, ਚਲੋ ਮੰਨ ਲਿਆ ਕਿ ਇਹਨਾਂ ਦਾ ਪੰਗਾ ਵੱਡਾ ਹੈ, ਇਹਦੇ ਚ ਰਿਸਕ ਜ਼ਿਆਦਾ ਹੈ, ਸਾਰਾ ਕੁਝ ਮੰਨ ਲਿਆ। ਲੇਕਿਨ ਜੇਕਰ ਇਹ ਤੱਥ ਐਸਟੈਬਲਿਸ਼ ਹੋ ਗਏ ਕਿ ਉਹਦੇ 12% ਤੋਂ ਵਿੱਚੋਂ ਫਿਰ ਕੋਈ ਬੰਦਾ ਪੈਸੇ ਲੈ ਰਿਹਾ,
ਉਹਨੂੰ ਰਿਸ਼ਵਤ ਮੰਨਿਆ ਜਾਊਗਾ। ਜੇ ਕਿਸੇ ਜਗ੍ਹਾ ਤੇ ਇਹ ਤੱਥ ਸਥਾਪਿਤ ਕਰਨ ਵਿੱਚ ਕੋਈ ਜਾਂਚ ਏਜੰਸੀ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਕੱਟੜ ਇਮਾਨਦਾਰੀ ਤੇ ਹਰਫ ਆ ਜਾਊਗਾ। ਮੈਂ ਸਵਾਲ ਇਹ ਉਠਾ ਰਿਹਾ ਔਰ ਮੇਰੇ ਖਿਆਲ ਸਾਰੀ ਜਾਂਚ ਦਾ ਧੁਰਾ ਇਸੇ ਗੱਲ ਤੇ ਆ, ਲੜੀਆਂ ਤੇ ਕੜੀਆਂ ਜੋੜੀਆਂ ਜਾ ਰਹੀਆਂ ਕਿ ਮਨੀਸ਼ ਸਿਸੋਦੀਆ ਕਾਰੋਬਾਰੀ, ਵਿਜੇ ਨਾਇਰ ਤੇ ਬਾਕੀ ਜਿੰਨੇ ਵੀ ਹੁਣ ਵਾਅਦਾ ਮਾਫ ਗਵਾਹ ਵੀ ਬਣ ਰਹੇ ਆ, ਡਿਸਟਿਲਰੀਜ਼ ਵਾਲੇ ਵੀ ਆ, ਜੇਕਰ ਉਹ ਇਹ ਗੱਲ ਮੰਨ ਗਏ ਔਨ ਰਿਕਾਰਡ, ਕੱਲ ਨੂੰ ਭਾਵੇਂ ਅਦਾਲਤਾਂ 'ਚ ਮੁੱਕਰ ਜਾਣ, ਹਰਫ ਫਿਰ ਵੀ ਆਉਣ ਦੀ ਸੰਭਾਵਨਾ। ਮੈਂ ਇਹ ਗੱਲ ਕਰ ਰਿਹਾ। ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੀ ਸਰ। ਉਹਦੇ 'ਚ ਇੱਕ ਪੁਆਇੰਟ ਹੋਰ ਵੀ ਹੈਗਾ ਕਿ ਕੋਈ ਨਾ ਕੋਈ ਸਟੇਟ ਕਿਸੇ ਨੂੰ ਇੰਪਲੀਮੈਂਟ ਕਰਦੀ ਆ ਉਹਨਾਂ ਦੀ ਪਾਲਿਸੀਜ਼, ਕਿਉਂਕਿ ਜਦੋਂ ਪੰਜਾਬ ਦੀ ਪਾਲਿਸੀ ਬਣ ਰਹੀ ਸੀ ਤਾਂ ਵੀ ਤੁਹਾਨੂੰ ਯਾਦ ਹੋਊਗਾ ਹਰਪਾਲ ਚੀਮਾ ਹੋਰਾਂ ਨੇ ਕਿਹਾ ਸੀ ਕਿ ਅਸੀਂ ਆਪਣੀਆਂ ਟੀਮਾਂ ਡਿਫਰੈਂਟ ਸਟੇਟਾਂ ਦੇ ਵਿੱਚ ਭੇਜੀਆਂ ਨੇ। ਉਹ 'ਚ ਤਾਮਿਲਨਾਡੂ ਦੀ ਸੀਗੀ ਵੀ ਕਿ ਅਸੀਂ ਵੀ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਇਹ ਕਾਰੋਬਾਰ ਕਰੀਏ, ਕਿਉਂਕਿ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਸ਼ਰਾਬ ਕਾਰਪੋਰੇਸ਼ਨ ਬਣਾਵਾਂਗੇ ਤੇ ਸਾਰਾ ਇਹ ਕਾਰੋਬਾਰ ਗਵਰਨਮੈਂਟ ਦੇ ਥਰੂ ਹੋਏਗਾ। ਇਸੇ ਤਰ੍ਹਾਂ ਹੀ ਵੈਸਟ ਬੰਗਾਲ ਦੀ ਮਨਪ੍ਰੀਤ ਬਾਦਲ ਹੋਣੀ ਆਪਣੇ ਟਾਈਮ 'ਚ ਕਰਕੇ ਆਏ ਸੀਗੇ। ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਆਏ ਸੀਗੇ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਅਸੀਂ ਦੂਜੀਆਂ ਸਟੇਟਾਂ ਦੀ ਲਾਵਾਂਗੇ ਕਿ ਤੇ ਸ਼ਰਾਬ ਕਾਰਪੋਰੇਸ਼ਨ ਬਣਾਵਾਂਗੇ। ਟੀਮਾਂ ਵੀ ਭੇਜੀਆਂ ਗਈਆਂ, ਉਹਨਾਂ ਦੀ ਰਿਪੋਰਟਾਂ ਵੀ ਆਈਆਂ, ਰਾਜਸਥਾਨ ਦੀ ਵੀ ਸਟੱਡੀ ਕੀਤੀ ਗਈ, ਮਹਾਰਾਸ਼ਟਰ ਦੀ ਵੀ ਸਟੱਡੀ ਕੀਤੀ ਗਈ, ਪਰ ਅਲਟੀਮੇਟਲੀ ਫਿਰ ਉਹ ਬਣਾਉਂਦੇ ਉਹੀ ਹੈ ਜੋ ਇੱਥੇ ਦੇ ਸ਼ਰਾਬ ਕਾਰੋਬਾਰੀ ਜਿਸ ਤਰ੍ਹਾਂ ਦੀ ਚਾਹੁੰਦੇ ਆ। ਮੈਂ ਇਹ ਐਲੀਗੇਸ਼ਨ ਨਹੀਂ ਲਗਾ ਰਿਹਾ, ਪਰ ਅੰਦਰਲੀ ਗੱਲ ਇਹੀ ਹੁੰਦੀ ਹੈ ਕਿ ਜਿਸ ਤਰ੍ਹਾਂ ਦੇ ਸ਼ਰਾਬ ਕਾਰੋਬਾਰੀ ਚਾਹੁੰਦੇ ਹੈ ਉਸ ਤਰ੍ਹਾਂ ਦੀ ਹੀ ਲੱਗ ਜਾਂਦੀ ਹੈ। ਕਿਉਂਕਿ ਸ਼ਰਾਬ ਕਾਰੋਬਾਰ ਦੇ ਵਿੱਚ ਤੁਸੀਂ ਦੇਖੋ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਐਮਐਲਏਜ਼ ਨੇ ਜਾਂ ਹੋਰ ਵੱਡੇ ਵੱਡੇ ਲੋਕ ਨੇ ਉਹ ਖੁਦ ਡਾਇਰੈਕਟਲੀ ਇਨਵੋਲਵ ਨੇ। ਮਤਲਬ ਕੋਈ ਐ ਨਹੀਂ ਕਿ ਛੁਪ ਕੇ ਕੰਮ ਕਰ ਰਿਹਾ, ਬਿਲਕੁਲ ਓਪਨਲੀ ਕੰਮ ਕਰ ਰਿਹਾ। ਤਾਂ ਇਸ ਕਰਕੇ ਜਦੋਂ ਐਕਟ ਬਣਾਉਣ ਦੀ ਵੀ ਗੱਲ ਆਈ ਕਿ ਜਿਹੜਾ ਬੰਦਾ ਇਹ ਕਾਰੋਬਾਰ ਕਰੇਗਾ ਤਾਂ ਉਹ ਮੰਤਰੀ ਨਹੀਂ ਬਣ ਸਕਦਾ, ਜਾਂ ਤਾਂ ਤੁਸੀਂ ਦੇਖੋ ਉਹ ਐਕਟ ਬਣੇ ਹੀ ਨਹੀਂ। ਉਹ ਐਕਟ ਇਸੇ ਕਰਕੇ ਨਹੀਂ ਬਣੇ ਕਿਉਂਕਿ ਇਹਨਾਂ ਸਾਰਿਆਂ ਦੇ ਹਾਂਜੀ ਉਹ ਇਹਨਾਂ ਸਾਰਿਆਂ ਦੇ ਆਪਣੇ ਹੀ ਜਿਹੜੇ ਉਹ ਹਿੱਤ ਨੇ ਉਹਦੇ ਵਿੱਚ ਇਨਵੋਲਵ ਨੇ। ਤਾਂ ਜਨਤਾ ਦਾ ਹਿੱਤ ਤਾਂ ਕਿਸੇ ਨੂੰ ਦਾ ਖਿਆਲ ਨਹੀਂ ਹੈ ਕਿਸੇ ਨੂੰ। ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਪਾਲਿਸੀਆਂ ਹੁੰਦੀਆਂ ਨੇ ਉਹ ਦਿਖਾਉਣ ਲਈ ਹੁੰਦੀਆਂ ਨੇ ਕਿ ਹਾਂਜੀ ਅਸੀਂ ਫਲਾਣੀ ਦੀ ਸਟੇਟ ਦੀ ਵੀ ਦੇਖ ਕੇ ਆਏ ਹਾਂ, ਟਿਮਕਾਣੀ ਦੀ ਵੀ ਦੇਖ ਕੇ ਆਏ ਹਾਂ, ਪਰ ਐਕਚੁਅਲੀ ਉਹੀ ਬਣਦੀਆਂ ਨੇ ਜੋ ਇੱਥੇ ਦੇ ਸ਼ਰਾਬ ਕਾਰੋਬਾਰੀ ਹੈਗੇ ਨੇ ਉਹ ਚਾਹੁੰਦੇ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਸੀਗੇ? ਜੀ ਬਿਲਕੁਲ, ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਮਨੀਸ਼ ਸਿਸੋਦੀਆ ਉਹਨਾਂ ਦੀ ਗ੍ਰਿਫਤਾਰੀ, ਕੱਲ ਸੰਜੇ ਸਿੰਘ ਉਹਨਾਂ ਦੇ ਰਾਜ ਸਭਾ ਐਮਪੀ ਇੱਕ ਗੱਲ ਕਹਿ ਰਹੇ ਸੀ ਬੜੀ ਜ਼ਿਕਰਯੋਗ ਹੈ ਕਿ ਉਹ ਕਹਿੰਦੇ ਆ ਕਿ ਪਾਲਿਸੀ ਦਿੱਲੀ ਦੀ ਸਰਕਾਰ ਨੇ ਬਣਾ ਕੇ ਗਵਰਨਰ ਸਾਹਿਬ ਨੂੰ ਭੇਜੀ ਸੀ ਔਰ ਗਵਰਨਰ ਸਾਹਿਬ ਨੇ ਉਸ ਪਾਲਿਸੀ ਦੇ ਵਿੱਚ ਕੁਝ ਆਬਜੈਕਸ਼ਨ ਲਾਏ ਸੀ ਵੀ ਆ ਚੀਜ਼ਾਂ ਠੀਕ ਕਰਕੇ ਦੁਬਾਰਾ ਭੇਜੋ, ਤੇ ਦੁਬਾਰਾ ਭੇਜੀ ਗਈ ਸੀ। ਉਸ ਤੋਂ ਬਾਅਦ ਫਾਈਨਲ ਅਪਰੂਵਲ ਦਿੱਲੀ ਦੇ ਲੈਫਟੀਨੈਂਟ ਗਵਰਨਰ ਸਾਹਿਬ ਨੇ ਹੀ ਉਹਦੇ ਉੱਤੇ ਦਿੱਤੀ ਸੀਗੀ, ਤੇ ਉਹ ਕਹਿੰਦੇ ਨੇ ਫਿਰ ਲੈਫਟੀਨੈਂਟ ਗਵਰਨਰ ਰਿਸਪੌਂਸਿਬਲ ਕਿਉਂ ਨਹੀਂ? ਜੇ ਇਸ ਪਾਲਿਸੀ ਦੇ ਵਿੱਚ ਉਹ ਤਰੁੱਟੀਆਂ ਜਿਨ੍ਹਾਂ ਤਰੁੱਟੀਆਂ ਕਰਕੇ ਹੁਣ ਅਰੈਸਟ ਕੀਤਾ ਗਿਆ ਮਨੀਸ਼ ਸਿਸੋਦੀਆ ਨੂੰ, ਤੇ ਐਕਸ਼ਨ ਲੈਫਟੀਨੈਂਟ ਗਵਰਨਰ ਕਿਉਂ ਨਹੀਂ? ਇਹ ਸਵਾਲ ਪੰਜਾਬ ਦੇ ਵਿੱਚ ਵੀ ਪੈਦਾ ਹੋਏਗਾ। ਪੰਜਾਬ ਦੇ ਵਿੱਚ ਕਾਉਂਸਲ ਆਫ ਮਿਨਿਸਟਰ ਹਰ ਸੂਬੇ ਨੂੰ ਆਪਣੀ ਕਿਸੇ ਵੀ ਪਾਲਿਸੀ ਨੂੰ, ਖਾਸ ਕਰਕੇ ਐਕਸਾਈਜ਼ ਪਾਲਿਸੀ ਜਾਂ ਮਾਈਨਿੰਗ ਪਾਲਿਸੀ ਜਾਂ ਇੰਡਸਟਰੀਅਲ ਪਾਲਿਸੀ, ਐਗਰੀਕਲਚਰ ਪਾਲਿਸੀ ਨੂੰ ਬਣਾਉਣ ਦਾ ਪੂਰਾ ਹੱਕ ਹੁੰਦਾ ਹੈ। ਇਹ ਜਿਹੜੇ ਸਵਾਲ ਉੱਠ ਰਹੇ ਨੇ ਉਹ ਉਹਨਾਂ ਸੂਬਿਆਂ ਦੇ ਵਿੱਚ ਹੀ ਕਿਉਂ ਉੱਠ ਰਹੇ ਨੇ ਜਿਹਦੇ ਵਿੱਚ ਨਾਨ ਬੀਜੇਪੀ ਰੂਲਡ ਸਟੇਟਸ ਹੈਗੀਆਂ? ਇਹ ਵੀ ਇੱਕ ਵੱਡਾ ਸਵਾਲ ਹੈ ਕਿ ਹਰਿਆਣਾ ਦੇ ਵਿੱਚ ਐਕਸਾਈਜ਼ ਪਾਲਿਸੀ ਬਿਲਕੁਲ ਪਿਓਰ ਹੈ, ਉਹਦੇ ਵਿੱਚ ਕੋਈ ਗੜਬੜ ਨਹੀਂ ਹੋਈ। ਸਵਾਲ ਬਹੁਤ ਸਾਰੇ ਵੱਡੇ ਨੇ। ਇਹ ਸਵਾਲ ਸਿਆਸੀ ਗਲਿਆਰਿਆਂ ਦੇ ਵਿੱਚੋਂ ਹੀ ਘੁੰਮ ਕੇ ਉਹ ਵਾਪਸ ਦੇ ਹੋ ਜਾਂਦੇ ਨੇ ਔਰ ਜਿਹਦੇ ਹੱਥ 'ਚ ਡੰਡਾ ਉਹਦੀ ਮੱਝ। ਇਹ ਗੱਲ ਕੇਂਦਰ ਤੋਂ, ਕਿਉਂਕਿ ਪਹਿਲੇ ਐਦਾਂ ਦੀ ਹੀ ਕੰਪਲੇਂਟਾਂ ਬੀਜੇਪੀ ਨੂੰ ਕਾਂਗਰਸ ਤੋਂ ਹੁੰਦੀ ਸੀਗੀ। 9 ਸੂਬਿਆਂ ਦੇ ਵਿੱਚ ਜਦ ਉਹਨਾਂ ਨੇ ਸਰਕਾਰਾਂ ਹਿਲਾਤੀ ਸੀ ਤੇ ਸੜਕਾਂ ਤੇ ਧਰਨੇ ਬੀਜੇਪੀ ਨੇ ਲਾਏ ਸੀ। ਅੱਜ ਬੀਜੇਪੀ ਦੇ ਹੱਥ 'ਚ ਡੰਡਾ ਹੈਗਾ ਤੇ ਫਿਰ ਮੱਝ ਵੀ ਉਹਦੀ ਹੈਗੀ ਹੈ। ਬਸ ਸਿਸਟਮ ਤੇ ਇੰਨਾ ਕੁ ਹੈਗਾ। ਕੱਲ ਡੰਡਾ ਕਿਸੇ ਹੋਰ ਦੇ ਹੱਥ 'ਚ ਆ ਗਿਆ ਤੇ ਫਿਰ ਉਹਨਾਂ ਸੂਬਿਆਂ ਦੇ ਵਿੱਚ ਐਕਸਾਈਜ਼ ਪਾਲਿਸੀ, ਉਹ तमाम ਪਾਲਿਸੀਜ਼ ਦੇ ਉੱਤੇ ਗਲਤੀਆਂ ਕੱਢ ਕੇ ਬੰਦੇ ਅੰਦਰ ਕਰਨੇ ਉਹ ਦੂਜੀ ਪੋਲੀਟੀਕਲ ਪਾਰਟੀਆਂ ਵੀ ਸ਼ੁਰੂ ਕਰ ਦੇਣਗੇ ਜਿਹੜੇ ਵੱਡੀ ਕੁਰਸੀ ਵੱਲ ਅੱਖ ਰੱਖਦੇ ਨੇ। ਭਾਸਕਰ ਸਾਹਿਬ ਨੇ ਦੇਖ ਲਓ ਗੱਲ ਹੀ ਉਲਟੀ ਘਮਾਤੀ। ਹਿੰਦੀ ਦਾ ਮੁਹਾਵਰਾ ਜਿਸ ਕੀ ਲਾਠੀ ਉਸਕੀ ਭੈਂਸ, ਇਹੀ ਹੈ ਨਾ। ਇਹਨਾਂ ਨੇ ਪੂਰਾ ਪੰਜਾਬੀ ਚ ਉਹਨੂੰ ਉਲਥਾ ਲਿਆ। ਅੱਛਾ, ਮੈਂ ਇਹਦੇ ਚ ਭਾਸਕਰ ਸਾਹਿਬ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜੀ ਤੁਸੀਂ ਕਹਿ ਰਹੇ ਹੋ, ਦਾਗ ਸਭ ਤੋਂ ਵੱਧ ਉੱਥੇ ਚਮਕਦਾ ਜਿੱਥੇ ਸਫੈਦੀ ਵੱਧ ਹੋਵੇ। ਠੀਕ ਹੈ ਨਾ ਜੀ। ਤੇ ਜਦੋਂ ਆਪਾਂ ਕਰਪਸ਼ਨ ਦੇ ਮਾਮਲੇ 'ਚ ਇੱਕ ਸਿਗਨੇਚਰ ਸਲੋਗਨ ਦਿੱਤਾ ਕਿ ਅਸੀਂ ਕੱਟੜ ਇਮਾਨਦਾਰ ਹੈ, ਅਗਲੇ ਵੀ ਸਿਰਫ ਨੌਕ ਉੱਥੇ ਕਰ ਰਹੇ, ਕਿਤੇ ਨਹੀਂ ਹੋਰ ਕਰ ਰਹੇ। ਉਹ ਇੱਕੋ ਚੀਜ਼ ਨੂੰ ਜਿਹੜਾ ਨਾ ਕੋਸ਼ਿਸ਼ ਕਰ ਰਹੇ ਆ ਸਾਬਤ ਕਰ ਦੇਣ ਦੀ ਕਿ ਤੁਸੀਂ ਕੱਟੜ ਇਮਾਨਦਾਰ ਨਹੀਂ ਹੋ, ਕਿਉਂਕਿ ਤੁਹਾਡੇ ਕੋਲ ਕੋਈ ਆਈਡੀਓਲੋਜੀ ਨਹੀਂ, ਤੁਹਾਡੇ ਕੋਲ ਕੋਈ ਪਿਛੋਕੜ ਨਹੀਂ, ਕੋਈ ਵਿਚਾਰ ਨਹੀਂ ਜਿਹਦੇ ਆਧਾਰ ਤੇ ਤੁਸੀਂ, ਕਿਉਂਕਿ
ਬੀਜੇਪੀ ਤੇ ਕਹੂਗੀ ਅਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਾਂ, ਸਾਡੇ ਪਿੱਛੇ ਆਰਐਸਐਸ ਆ। ਅਕਾਲੀਏ ਕਹਿਣਗੇ ਅਸੀਂ ਪੰਥਕ ਗੱਲ ਕਰਦੇ ਹਾਂ। ਕਾਂਗਰਸ ਕਹੂਗੀ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ। ਖੇਤਰੀ ਪਾਰਟੀਆਂ ਖੇਤਰਾਂ ਦੀ ਗੱਲ ਕਰਨਗੀਆਂ। ਕੇਜਰੀਵਾਲ ਸਾਹਿਬ ਨੈਸ਼ਨਲ ਹੋਣਾ ਚਾਹੁੰਦੇ ਆ। ਨੈਸ਼ਨਲ ਹੋਣ ਲਈ ਉਹਨਾਂ ਕੋਲ ਲੋਕਾਂ ਦੇ ਦਿਲਾਂ 'ਚ ਵਸਿਆ ਵੀ ਅਸੀਂ ਕਰਪਸ਼ਨ ਤੋਂ ਬੜੇ ਦੁਖੀ, ਉਹਨਾਂ ਨੇ ਫੜ ਲਿਆ। ਅਗਲੇ ਕਹਿੰਦੇ ਅਸੀਂ ਸਾਬਤ ਕਰਕੇ ਰਹਿਣਾ, ਤੁਸੀਂ ਕੱਟੜ ਇਮਾਨਦਾਰ ਨਹੀਂ ਹੋ। ਹੁਣ ਬਾਕੀ ਪਾਲਿਸੀ ਦੇ ਉੱਤੇ ਮੇਰਾ ਖਿਆਲ ਆ ਕਿ ਏਜੰਸੀਆਂ ਨੂੰ ਪਤਾ ਹੋਊਗਾ ਕਿ ਪਾਲਿਸੀ ਦੇ ਉੱਤੇ ਕਿੰਤੂ ਖੋ ਨਹੀਂ ਸਕਦਾ। ਪਾਲਿਸੀ ਨੂੰ ਤੁਸੀਂ ਕ੍ਰਿਟਿਸਾਈਜ਼ ਕਰ ਲਓ, ਵੱਖਰੀ ਗੱਲ ਆ, ਪਰ ਤੁਸੀਂ ਉੱਤੇ ਐਕਸ਼ਨ ਨਹੀਂ ਲੈ ਸਕਦੇ। ਉਹ ਕਾਨੂੰਨੀ ਜਾਮਾ ਪਹਿਨ ਲਿਆ ਜਾਂਦਾ ਜਦੋਂ ਉਹ ਕੋਈ ਸਟੇਟ ਬਣਾਉਂਦੀ ਹੈ, ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਕਰਪਸ਼ਨ ਹੋ ਰਹੀ ਆ, ਇਹੀ ਸਿਰਫ ਇਨਵੈਸਟੀਗੇਸ਼ਨ ਹੋ ਸਕਦੀ ਹੈ, ਇਹੀ ਬੰਦੇ ਜਿਹੜੇ ਦਾਗਦਾਰ ਹੋ ਸਕਦੇ। ਰੌਲਾ ਸਾਰਾ ਇਸ ਗੱਲ ਦਾ। ਔਰ ਹੁਣ ਪੰਜਾਬ ਦੇ ਵਿੱਚ ਦਾਗਦਾਰ ਕਿਹਨੂੰ ਕਰਨਾ, ਇਹ ਸਵਾਲ ਆ। ਇਸ ਫਹਿਰਿਸਤ ਵਿੱਚ ਮੁੱਖ ਮੰਤਰੀ ਦਿੱਲੀ ਵਾਂਗ ਪਾਸੇ ਰੱਖ ਲਏ ਗਏ। ਮਨਜਿੰਦਰ ਸਿੰਘ ਸਿਰਸਾ ਦੇ ਦੋਸ਼ ਦੇਖੋ, ਉਹਨਾਂ ਨੇ ਭਗਵੰਤ ਮਾਨ ਦਾ ਨਾਂ ਨਹੀਂ ਲਿਆ। ਉਹਨਾਂ ਨੇ, ਕਿਉਂਕਿ ਸਟੇਟ ਦੇ ਹੈਡ ਉਹ ਫੈਸਲੇ ਤਾਂ ਉਹ ਕਰਦੇ, ਪਰ ਉਹਨਾਂ ਨੇ ਹਰਪਾਲ ਚੀਮਾ ਤੋਂ ਲੈ ਕੇ ਐਮਐਲਏ ਕੁਲਵੰਤ ਸਿੰਘ ਤੱਕ ਤੇ ਵਿੱਚ ਵਿਜੇ ਨਾਇਰ, ਜਾਂ ਸਭ ਤੋਂ ਪਹਿਲਾਂ ਉਹਨਾਂ ਰਾਘਵ ਚੱਡਾ ਤੋਂ ਸ਼ੁਰੂ ਕੀਤਾ। ਇਹ ਬੜੇ ਅਹਿਮ ਮਾਮਲੇ ਆ। ਅਗਲੀ ਗੱਲ ਜ਼ਰੂਰ ਕਰ ਲੈਣੀ ਚਾਹੀਦੀ ਆ। ਮੈਨੂੰ ਲੱਗਦਾ ਰੰਧਾਵਾ ਜੀ, ਇੱਕ ਗੱਲ ਹੈਗੀ ਹੈ ਜਿਹੜੀ ਟ੍ਰਾਂਸਫਰ ਲਿਸਟ ਦੀ ਗੱਲ ਕਰ ਰਹੇ ਸੀਗੇ ਇੰਦਰਪ੍ਰੀਤ, ਉਹਨਾਂ ਨੇ ਬੜੇ ਖੂਬਸੂਰਤੀ ਨਾਲ ਦੱਸਿਆ ਕਿ ਵੀ ਇਹਦੇ ਵਿੱਚ ਉਹੀ 20-25 ਅਫਸਰ ਨੇ, ਇੱਧਰ ਲੈ ਲਓ ਉੱਧਰ ਲੈ ਲਓ। ਪਰ ਇਸ ਟ੍ਰਾਂਸਫਰ ਲਿਸਟ ਜਿਹੜੀ ਜ਼ਿਆਦਾਤਰ ਦੇਰ ਸ਼ਾਮ ਨੂੰ ਆਉਂਦੀ ਹੁੰਦੀ ਹੈ, ਉਹਨੂੰ ਦੇਖਣ ਦੇ ਤਰੀਕੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਤਰੀਕੇ ਨੇ। ਮਤਲਬ ਦੋ ਪੈਗ ਲਾ ਕੇ, ਹਾਂ, ਪੁਲਿਸ ਅਫਸਰ ਜਿਹੜੇ ਜਿੱਦਾਂ ਹੀ ਕੋਈ ਲਿਸਟ ਆਊਟ ਹੁੰਦੀ ਹੈ ਨਾ, ਉਹਦੇ ਵਿੱਚ ਦੇਖਦੇ ਨੇ ਕਿ ਵੀ ਉਹਨਾਂ ਦਾ ਨਾਂ ਕਿੱਥੇ ਆਇਆ, ਕਿਉਂਕਿ ਉਹਨਾਂ ਨੇ ਬੜੀ ਲੌਬਿੰਗ ਕੀਤੀ ਹੁੰਦੀ ਹੈ, ਬੜੀ ਮਤਲਬ ਇੱਕ ਤਰੀਕੇ ਨਾਲ ਉਹਨਾਂ ਦਾ ਕੰਮ ਹੋਇਆ ਨਹੀਂ ਹੋਇਆ, ਜਿਹਨੂੰ ਮਿਲੇ ਸੀ ਉਹਨੇ ਉਹਨਾਂ ਦਾ ਕੰਮ ਕਰਾਇਆ ਕਿ ਨਹੀਂ ਕਰਾਇਆ, ਉਹ ਤੇ ਪਹਿਲੇ ਇਹ ਦੇਖਦੇ ਨੇ। ਫਿਰ ਦੂਜੇ ਲੋਕ ਪੱਤਰਕਾਰ ਇਸ ਤਰੀਕੇ ਨਾਲ ਦੇਖਦੇ ਨੇ ਕਿ ਇਹ ਜੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਹਟਾਤਾ, ਫਿਰ ਨਾਲ ਦੇ ਨਾਲ ਜੋੜਦੇ ਨੇ ਵੀ ਅਜਨਾਲਾ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਾਸਤੇ ਸਜ਼ਾ ਦੇਤੀ। ਪਰ ਜਦ ਅਗਲੇ ਪਾਸੇ ਦੇਖਦੇ ਨੇ ਵੀ ਲਾਇਆ ਕਿੱਥੇ ਨੇ, ਇੰਟੈਲੀਜੈਂਸ ਵਿੰਗ ਦਾ ਸਭ ਤੋਂ ਵੱਡਾ ਅਫਸਰ ਲਾਤਾ, ਯਾਨੀ ਇਹ ਤੇ ਪ੍ਰਮੋਸ਼ਨ ਹੈ। ਯਾਨੀ ਐਨਾਲਾਈਜ਼ ਕਰਨ ਦਾ ਹੁਣ ਗੈਂਗਸਟਰ ਵੀ ਇਸ ਤਰੀਕੇ ਨਾਲ ਹੀ ਦੇਖਦੇ ਨੇ ਇਸ ਲਿਸਟ ਨੂੰ, ਜਦ ਪੁਲਿਸ ਅਫਸਰਾਂ ਦੀ ਟ੍ਰਾਂਸਫਰਾਂ ਹੁੰਦੀ ਹੈ ਕਿ ਵੀ ਆਹ ਬੰਦਾ ਸੌਫਟ ਹੈ, ਚਲੋ ਚੰਗਾ ਹੋਇਆ। ਇਸ ਦੇ ਉੱਤੇ ਜਿਹੜਾ ਪਹਿਲੇ ਵਾਲਾ ਬੰਦਾ ਸੀ ਉਹਨੇ ਤੰਗ ਬੜਾ ਕੀਤਾ ਹੋਇਆ ਸੀ, ਰੇਡਾ ਰੂਡਾ ਬੜੀ ਪਾਉਂਦਾ ਸੀਗਾ, ਤੇ ਇਹ ਹੁਣ ਠੀਕ ਜਿਹਾ ਆ ਗਿਆ, ਇਹ ਅੱਗੇ ਚੱਲ ਕੇ ਗੱਲ ਹੋਏਗੀ। ਔਰ ਜਿਹੜੇ ਲੇਮੈਨ ਨੇ ਉਹ ਤੇ ਇਹ ਦੇਖਦੇ ਨੇ ਕਿ ਵੀ ਜਿਹੜੇ ਸਾਡੇ ਏਰੀਏ ਦੇ ਵਿੱਚ ਆਇਆ ਉਹਦੇ ਤੱਕ ਕਿਸੇ ਤਰੀਕੇ ਨਾਲ ਪਹੁੰਚ ਹੋ ਸਕਦੀ ਹੈ। ਜੇ ਕੋਈ ਘਰ ਕੋਈ ਲੜਾਈ ਝਗੜਾ ਹੋ ਜਾਏ ਤੇ ਕੋਈ ਅਪਰੋਚ ਜੀ ਲੱਗ ਜਾਏ ਜਾਂ ਕਾਰਪੁਰ ਚੋਰੀ ਹੋ ਜਾਏ, ਤੇ ਐਫਆਈਆਰ ਦਰਜ ਕਰਨ ਵਾਸਤੇ ਕਿਸੇ ਕਮਿਸ਼ਨਰ ਸਾਹਿਬ ਨੂੰ ਜਾਂ ਐਸਐਸਪੀ ਨੂੰ ਕਿੱਦਾਂ ਅਪਰੋਚ ਕੀਤਾ ਜਾ ਸਕਦਾ ਹੈ। ਪਰ ਹਾਂ, ਸਿਆਸੀ ਗਲਿਆਰਿਆਂ ਦੇ ਵਿੱਚ ਇਸ ਲਿਸਟ ਨੂੰ ਹੋਰ ਹੀ ਤਰੀਕੇ ਨਾਲ ਵੇਖਿਆ ਜਾਂਦਾ ਹੈ ਵੀ ਚੱਲ ਆਪਣਾ ਬੰਦਾ ਆ ਗਿਆ, ਹੁਣ ਸਾਡੇ ਖਿਲਾਫ ਅਗਰ ਕੋਈ ਕੇਸ ਕੂਸ ਜਿਹਾ ਹੈਗਾ ਤੇ ਉਹਨੂੰ ਠੰਡੇ ਮਿੱਠੇ ਜੇ ਕਰਾ ਲਾਂਗੇ। ਪਰ ਇਸ ਲਿਸਟ ਨੂੰ ਦੇਖਣ ਦਾ ਤਰੀਕਾ ਵੱਖ-ਵੱਖ ਲੋਕਾਂ ਦਾ ਵੱਖ-ਵੱਖ ਤਰੀਕੇ ਨਾਲ ਹੁੰਦਾ ਹੈ ਕਿ ਵੀ ਕਿਹਦਾ ਬੰਦਾ ਕਿੱਥੇ ਲੱਗ ਗਿਆ। ਮਤਲਬ ਸਿਆਸੀ ਬੰਦਿਆਂ ਲਈ ਇਹ ਹੁੰਦਾ ਵੀ ਚਲੋ ਆਪਣਾ ਬੰਦਾ, ਘੱਟੋ ਘੱਟ ਉਹਨੂੰ ਇਹ ਜ਼ਰੂਰ ਕਹਿ ਦਿਆਂਗੇ ਵੀ ਸਾਡੇ ਬੰਦੇ ਨੇ ਆਉਣਾ, ਇਹਨੂੰ ਸੁਣ ਲਈ, ਚਾਹ ਵੀ ਜ਼ਰੂਰ ਪਿਆ ਦੀ। ਆਪਣੇ ਬੰਦਿਆਂ ਨੂੰ ਭਰਮ ਚ ਪਾ ਛੱਡਦੇ ਵੀ ਤੁਹਾਡਾ ਕੰਮ ਹੋਵੇ ਨਾ ਹੋਵੇ, ਇੱਜ਼ਤ ਪੂਰੀ ਮਿਲ ਰਹੀ ਹੈ। ਨਹੀਂ ਜੀ, ਆਪਣੇ ਹੀ ਨੇ ਅਫਸਰ, ਆਪਣੇ ਨਾਲ ਪੁਰਾਣੀ ਸਾਂਝ ਹੈ, ਇਹੀ ਗੱਲ ਹੁੰਦੀ। ਪਰ ਇੱਕ ਨੁਕਤਾ ਹੋਰ ਬੜਾ ਅਹਿਮ ਜਿਹੜਾ ਤੁਸੀਂ ਛੱਡ ਗਏ, ਸਾਡੀ ਇਹ ਜਮਾਤ ਜਿਹੜੀ ਹੈ ਸਹਾਫੀਆਂ ਦੀ, ਪੱਤਰਕਾਰਾਂ ਦੀ, ਮੈਂ ਤੇ ਵੈਸੇ ਉਹ ਚਾਹੁੰਦਾ ਨਹੀਂ ਕਿਉਂਕਿ ਮੇਰੀ ਕੋਈ ਇਸ ਤਰ੍ਹਾਂ ਦੀ ਪੜ੍ਹਾਈ ਹੈ ਨਹੀਂ, ਪਰ ਜਦੋਂ ਤੁਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋਂ ਜਸਕਰਨ ਸਿੰਘ ਨੂੰ ਦੂਜੀ ਜਗ੍ਹਾ ਸ਼ਿਫਟ ਹੋਇਆ ਅਜਨਾਲੇ ਨਾਲ ਜੋੜ ਦਿਓ, ਤੇ ਬਹੁਤਿਆਂ ਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਕਿ ਅਜਨਾਲਾ ਕਿਸੇ ਵੀ ਪੁਲਿਸ ਕਮਿਸ਼ਨਰ ਦੇ ਥੱਲੇ ਨਹੀਂ ਆ ਰਿਹਾ, ਉਹ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਖੇਤਰ ਦੇ ਵਿੱਚ ਪੈਂਦਾ, ਉਹਦੇ ਨਾਲ ਕੋਈ ਵੀ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਦਾ ਲੈਣਾ ਦੇਣਾ ਨਹੀਂ। ਔਰ ਇਹ ਟ੍ਰਾਂਸਫਰ ਕਿਸੇ ਹੋਰ ਆਧਾਰ ਤੇ ਹੋਈ ਹੈ, ਇਹਨੂੰ ਸ਼ਾਇਦ ਭੂਗੋਲਿਕ ਤੌਰ ਤੇ ਨਾ ਸਮਝਣ ਵਾਲੇ ਗਲਤੀ ਕਰ ਜਾਂਦੇ ਆ। ਤੇ ਅਖਬਾਰਾਂ ਇਦਾਂ ਹੀ ਵੱਡੀਆਂ ਅਖਬਾਰਾਂ ਵੀ ਇੰਝ ਹੀ ਲਾ ਰਹੀਆਂ ਵੀ ਅਜਨਾਲੇ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਚਲੋ ਅੱਛਾ, ਮੈਨੂੰ ਦੱਸਿਓ ਇੰਦਰਪ੍ਰੀਤ ਜੀ, ਆ ਦੋ ਗੱਲਾਂ, ਪਾਵਰ ਸਬਸਿਡੀ ਤੇ PSIEC, ਇਹ ਰੌਲੇ ਦੱਬ ਜੇ ਜਾਂਦੇ ਆ। ਵੈਸੇ ਨਵੀਂ ਗੱਲ ਆ ਜਾਂਦੀ, ਭਾਸਕਰ ਸਾਹਿਬ ਦੱਸਣਗੇ ਵੀ ਕਿੱਦਾਂ ਕਿੱਕੀ ਢਿੱਲੋਂ ਦੀ ਏਡੀ ਵੱਡੀ ਮਹਿਲਨੁਮਾ ਬਣ ਰਹੀ ਕੋਠੀ ਫਾਰਮ ਹਾਊਸ ਦੇ ਬਾਹਰਲੇ ਬੰਨੇ ਜਦੋਂ ਬੰਦੇ ਫੀਤਾ ਮਾਰਦੇ ਫਿਰਦੇ ਸੀ ਨਾ। ਚਲੋ ਉਹ ਬਾਅਦ ਚ ਕਰਦੇ, ਇੱਧਰ ਦੇਖੋ, ਪਾਵਰਕਾਮ ਨੇ ਆਪਣੀ ਅਗਲੀ ARR ਜਿਹੜੀ ਉਹ ਕਹਿੰਦੇ ਆ ਕਿ ਸਾਨੂੰ ਅਗਲੀ ਸਾਲ ਲਈ ਦਰਾਂ ਨਿਸ਼ਚਿਤ ਕਰਨੀਆਂ ਨੇ, ਉਹਦੇ ਲਈ ਜਿਹੜੀ ਉਹਨਾਂ ਨੇ ਇੱਕ ਐਪਲੀਕੇਸ਼ਨ ਪਾਈ ਹੈ ਰੈਗੂਲੇਟਰੀ ਕਮਿਸ਼ਨ ਨੂੰ, ਉਹਦੇ ਚ 43 ਕੁ ਪੈਸੇ ਉਹਨਾਂ ਨੇ ਕਿਹਾ ਪਰ ਯੂਨਿਟ ਵਧਾਇਆ ਜਾਏ। ਤਾਂ ਉਸ ਹਿਸਾਬ ਨਾਲ ਹੀ ਸਾਰੀ ਕੈਲਕੂਲੇਸ਼ਨ ਜਿਹੜੀ ਹੈ ਉਹ ਪੱਤਰਕਾਰ ਵੀ ਕਰ ਲੈਂਦੇ ਆ ਆਪਣੇ ਆਪ ਹੀ, ਕਿ ਵੀ ਇਸ ਵਾਰੀ ਜਿਹੜੀ 19,000 ਕਰੋੜ ਰੁਪਏ ਦੀ ਸਬਸਿਡੀ ਸੀ ਪਿਛਲੀ ਵਾਰ, 19,600 ਕਰੋੜ ਰੁਪਏ ਦੀ ਸਮਥਿੰਗ, ਉਹ 400 ਕਰੋੜ ਰੁਪਇਆ ਹੋਰ ਵਧਣ ਜਾ ਰਹੀ ਹੈ।
ਤਾਂ ਉਹ ਜੀ 20,000 ਕਰੋੜ ਰੁਪਇਆ ਹੁਣ ਹੋ ਜਾਣਾ ਹੈ। ਸਰਕਾਰ ਲਈ ਸਭ ਤੋਂ ਅਹਿਮ ਇਸ਼ੂ ਇਹੀ ਹੋਇਆ ਪਿਆ ਕਿ ਇਹਨੂੰ ਸਸਟੇਨ ਕਿਵੇਂ ਕਰਨਾ ਹੈ, ਕਿ ਅਸੀਂ 20,000 ਕਰੋੜ ਰੁਪਇਆ ਸਿਰਫ ਸਬਸਿਡੀ ਦੇਣ ਦੇ ਯੋਗ ਹੈਗੇ ਆ, ਉਹ ਵੀ ਉਸ ਸਮੇਂ ਜਦੋਂ ਸਾਡੇ ਕੋਲੇ ਨਾ ਤਾਂ 16,000 ਕਰੋੜ ਰੁਪਇਆ GST ਦਾ ਮੁਆਵਜ਼ੇ ਦੇ ਤੌਰ ਤੇ ਜਿਹੜਾ ਸਾਨੂੰ ਹਰ ਸਾਲ ਮਿਲ ਜਾਂਦਾ ਸੀ ਉਹ ਆਣਾ ਹੈ, ਤੇ ਨਾ ਹੀ ਸਾਡੇ ਕੋਲੇ ਜਿਹੜਾ ਉਹ RDF ਵਗੈਰਾ 3,000 ਕਰੋੜ ਦਾ ਆ ਰਿਹਾ ਸੀਗਾ ਸਾਲ ਦਾ, ਉਹ ਵੀ ਨਹੀਂ ਆ ਰਿਹਾ। ਹੁਣ ਉਸ ਜਦੋਂ ਸਾਡੇ ਕੋਲੇ 19,000 ਕਰੋੜ ਦਾ ਤਾਂ ਆਮਦਨੀ ਆ ਨਹੀਂ ਰਹੀ, 20,000 ਕਰੋੜ ਰੁਪਏ ਦੀ ਚੋਂ 8,000 ਕਰੋੜ ਰੁਪਇਆ ਜ਼ਰੂਰ ਵੱਧ ਗਈ ਨਵੀਂ, ਤਾਂ ਇਹ 28,000 ਕਰੋੜ ਦਾ ਜਿਹੜਾ ਗੈਪ ਹੈ ਇਹ ਪੂਰਾ ਕਿਵੇਂ ਕਰਨਾ ਹੈ। ਸੋ ਮੈਨੂੰ ਲੱਗਦਾ ਕਿ ਹੁਣ ਬਹੁਤ ਮੌਕਾ ਇਸ ਨਵੀਂ ਸਰਕਾਰ ਵਾਸਤੇ ਇਹ ਆ ਗਿਆ ਹੈ ਕਿ ਉਹ ਆਮਦਨੀ ਤਾਂ ਦੇਖੋ ਹੁਣ ਵਧਣੀ ਨਹੀਂ, ਕਿਉਂਕਿ ਜਦ ਦਾ GST ਲੱਗ ਗਿਆ ਸਾਡੇ ਸਾਰੇ ਹੱਥ ਕੱਟੇ ਗਏ, ਉਹ ਤਾਂ ਸਾਰੇ ਕੇਂਦਰ ਕੋਲ ਚਲੇ ਗਿਆ। ਹੁਣ ਤਾਂ ਅਸੀਂ ਆਪਣੀ ਜਿਹੜੇ ਖਰਚੇ ਨੇ ਵੱਡੇ, ਖਾਸ ਤੌਰ ਤੇ ਜਿਵੇਂ ਪਾਵਰ ਸਬਸਿਡੀ ਹੈਗੀ ਹੈ ਜਾਂ ਕਰਮਚਾਰੀਆਂ ਦੀ ਤਨਖਾਹ ਹੈਗੀ ਹੈ ਜਾਂ ਵਿਆਜ ਹੈਗਾ, ਇਹਨੂੰ ਕਿਵੇਂ ਤਰਕਸੰਗਤ ਕਰਨਾ ਹੈ, ਸਵਾਲ ਤਾਂ ਇਸ ਤੇ ਕੰਮ ਕਰਨ ਦਾ ਹੈ। ਔਰ ਮੈਨੂੰ ਲੱਗਦਾ ਕਿ ਇਹ ਬੜਾ ਵੱਡਾ ਮੌਕਾ ਹੈ, ਇਸ ਤੇ ਹੁਣ ਉਹਨੂੰ ਕੰਮ ਕਰਨਾ ਚਾਹੀਦਾ ਹੈ, ਖਾਸ ਤੌਰ ਤੇ ਪਾਵਰ ਸਬਸਿਡੀ ਦਾ, ਜਦੋਂ ਪਾਵਰ ਸਬਸਿਡੀ ਤੁਹਾਡੀ ਆਊਟ ਆਫ ਕੰਟਰੋਲ ਹੋ ਗਈ ਹੈ। ਜੀ ਤੁਸੀਂ ਕੰਮ ਤਾਂ ਉਹ ਕਰ ਹੀ ਰਹੇ ਆ। ਤੁਸੀਂ ਦੋ ਸ਼ੋਬੇ ਗਣਾਤੇ ਵੀ ਇਹਨਾਂ ਚ ਕਰ ਲਓ, ਸਬਸਿਡੀ ਤੇ ਉਹ ਵਧਾ ਰਹੇ ਆ, ਹੁਣ ਅੱਗੇ ਨਾਲੋਂ ਉਹ ਇਸ਼ਤਿਹਾਰ ਪਤਾ ਕੀ ਦਿੰਦੇ, ਇੰਨੇ ਪ੍ਰਤੀਸ਼ਤ ਜ਼ੀਰੋ ਬਿੱਲ ਵਾਲੇ ਹੋ ਗਏ, ਇਹ ਤਾਂ ਉਹ ਪ੍ਰਾਪਤੀ ਦੱਸ ਰਹੇ। ਦੂਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਨੌਕਰੀਆਂ, ਉਹ ਕਹਿੰਦੇ ਅਸੀਂ ਸਾਡਾ ਤੇ ਕੰਮ ਹੀ ਨੌਕਰੀਆਂ ਦੇਣਾ। ਚਲੋ ਇਹ ਕਿਸੇ ਸਟੇਟ ਦੇ ਵਿੱਚ ਕਿਸੇ ਸਰਕਾਰ ਦਾ ਕੰਮ ਅੱਜ ਕੱਲ ਰਹਿ ਤਾਂ ਨਹੀਂ ਗਿਆ, ਕਿਉਂਕਿ ਪ੍ਰਾਈਵੇਟ ਸੈਕਟਰ 'ਚ ਨੌਕਰੀ ਚਲੇਗੀ ਆ, ਅਸੀਂ ਮੌਕੇ ਪੈਦਾ ਕਰ ਸਕਦੇ ਸੀ, ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡਾ ਤਾਂ ਕੰਮ ਹੀ ਨੌਕਰੀਆਂ ਦੇਣਾ, ਬਾਕੀ ਤਾਂ ਅਸੀਂ ਕੰਮ ਕੋਈ ਕਰਨਾ ਹੀ ਨਹੀਂ। ਹੁਣ ਇਹ ਦੋ ਗੱਲਾਂ ਦੇ ਉੱਤੇ ਖਰਚੇ ਕਟੌਤੀ ਵਾਲੇ ਮਾਮਲੇ 'ਚ ਇਹਨਾਂ ਖਰਚੇ ਵਧਾਉਣ ਨੂੰ ਉਹ ਪ੍ਰਾਪਤੀ ਦੱਸ ਰਹੇ ਆ, ਨੰਬਰ 1। ਤੇ ਨੰਬਰ 2, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇੱਥੇ ਜੇਕਰ ਮੰਨ ਲਓ ਰੈਗੂਲੇਟਰੀ ਕਮਿਸ਼ਨ ਕੋਲ ਜਾ ਰਿਹਾ ਵਾ PSPCL ਕਿ ਇੰਨੇ 43 ਪੈਸੇ 40 ਪੈਸੇ ਤੁਹਾਡੇ ਅਨੁਸਾਰ ਵੀ ਵਧਾ ਦਿਓ, ਇਹਦਾ ਮਤਲਬ ਜਿਹੜੇ ਪੈਸੇ ਦੇ ਰਹੇ ਆ ਤੁਸੀਂ ਉਹਨਾਂ ਤੇ ਬੋਝ ਪਾਈ ਜਾਣਾ। ਇਸ ਵੇਲੇ ਬਹੁਤੇ ਲੋਕ ਭਾਵੇਂ ਮੀਟਰ ਡਬਲ ਕਰਾ ਕੇ ਜ਼ੀਰੋ ਬਿੱਲ ਦੀ ਹੋੜ 'ਚ ਲੱਗੇ, ਇੱਕ ਦੂਜੇ ਨੂੰ ਪੁੱਛਦੇ ਤੇਰਾ ਆਇਆ ਰਕਮ ਕੋਈ ਬਿੱਲ, ਕਹਿੰਦਾ ਨਹੀਂ ਨਾ ਮੇਰਾ ਵੀ ਜ਼ੀਰੋ, ਆ ਵਾਹ ਵਾਹ, ਫਿਰ ਉਸ ਤੋਂ ਬਾਅਦ ਵਧੀਆ, ਅੱਛਾ, ਫਿਰ ਬੰਦੇ ਨੂੰ ਤਸੱਲੀ ਹੋ ਜਾਂਦੀ ਯਾਰ ਆਪਾਂ ਠੀਕ ਹੀ ਆ। ਹੁਣ ਇਸ ਵੇਲੇ ਸਭ ਤੋਂ ਵੱਡਾ ਸੰਕਟ ਹੈ ਕਿ ਜੇ ਕੋਈ ਧਿਰ ਜਾਂ ਜੇ ਕੋਈ ਵਰਗ ਪੈਸੇ ਦੇ ਰਿਹਾ ਉੱਤੇ ਭਾਰ ਕਿਉਂ ਫਿਰ ਪਾਓ, ਇਹ ਵੱਡਾ ਸਵਾਲ ਹੈ। ਕਿਤੇ ਇਸ ਤਰ੍ਹਾਂ ਦਾ ਅੰਦੋਲਨ ਨਾ ਸ਼ੁਰੂ ਹੋ ਜਾਏ। ਜੀ ਬਿਲਕੁਲ, ਦੇਖੋ ਇਹ ਗੱਲ ਚੱਲਣ ਲੱਗ ਗਈ ਹੈ, ਔਰ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਇਹ ਗਰਮੀਆਂ ਆਣਗੀਆਂ ਇਹਦੇ ਵਿੱਚ ਬਹੁਤੇ ਲੋਕਾਂ ਨੇ ਖੁਦ ਹੀ ਕਹਿਣਾ ਸ਼ੁਰੂ ਕਰ ਦੇਣਾ ਜੀ ਸਾਡੇ ਤੋਂ ਪੈਸੇ ਲੈ ਲਓ ਲੇਕਿਨ ਸਾਨੂੰ ਬਿਜਲੀ ਦੇ ਦਿਓ, ਕਿਉਂਕਿ ਪਾਵਰਕਾਮ ਦੀ ਹਾਲਤ ਡੇ ਬਾਈ ਡੇ ਇਹ ਹੁੰਦੀ ਜਾ ਰਹੀ ਹੈ ਕਿ ਉਹਨਾਂ ਕੋਲੇ ਪੈਸੇ ਆ ਹੀ ਨਹੀਂ ਰਹੇ। ਦੇਖੋ ਜਦ ਤੱਕ ਪੈਸੇ ਆਣਗੇ ਨਹੀਂ, ਤੁਸੀਂ ਕੱਲ ਨੂੰ ਮੰਨ ਲਓ ਟਰਾਂਸਫਾਰਮਰ ਵੀ ਖਰਾਬ ਹੋ ਜਾਂਦਾ ਤੁਹਾਡੇ ਏਰੀਆ ਦਾ, ਉਹ ਕਹਿਣਗੇ ਸਾਡੇ ਕੋਲ ਤਾਂ ਪੈਸੇ ਨਹੀਂ ਹੈ, ਕਿਵੇਂ ਚੇਂਜ ਕਰੀਏ, ਤਾਂ ਤੁਹਾਡੇ ਏਰੀਆ ਦੇ ਲੋਕਾਂ ਨੇ ਕਹਿ ਦੇਣਾ ਸ਼ੁਰੂ ਕਰ ਦੇਣਾ ਕਿ ਯਾਰ ਤੁਸੀਂ ਪੈਸੇ ਲੈ ਲਓ ਲੇਕਿਨ ਸਾਨੂੰ ਜਿਹੜੀ ਸੁਵਿਧਾ ਜਿਹੜੀ ਹੈਗੀ ਹੈ ਇਹ ਜ਼ਰੂਰ ਦੇ ਦਿਓ। ਇਹ ਤੁਹਾਨੂੰ ਯਾਦ ਹੋਊਗਾ 2007 ਚ ਵੀ ਇਸੇ ਤਰ੍ਹਾਂ ਦੀ ਸਾਡੀ ਸਥਿਤੀ ਸੀ, ਪਰ ਉਦੋਂ ਸਾਡੀ ਪ੍ਰੋਬਲਮ ਸੀ ਸਾਡੇ ਕੋਲ ਬਿਜਲੀ ਦੇਣ ਨੂੰ ਹੈ ਨਹੀਂ ਸੀ। ਇਸ ਟਾਈਮ ਸਾਡੇ ਕੋਲ ਬਿਜਲੀ ਦੇਣ ਨੂੰ ਹੈਗੀ ਹੈ, ਪਰ ਅਸੀਂ ਉਸ ਦੇ ਪੈਸੇ ਚਾਰਜ ਨਹੀਂ ਕਰ ਰਹੇ। ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਟਾਈਮ 'ਚ ਜਿਹੜੀ ਇਹ ਮੁਫਤਖੋਰੀ ਜਾਂ ਇਹਨੂੰ ਕਹਿੰਦੇ ਫ੍ਰੀ ਬੀਜ਼ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਇਹ ਲੰਬੇ ਟਾਈਮ ਤੱਕ ਚੱਲ ਪਾਣਗੀਆਂ। ਇਹ ਸਾਡੀ ਸਟੇਟ ਦਾ ਹੀ ਨੁਕਸਾਨ ਕਰਨਗੀਆਂ, ਚਾਹੇ ਉਹ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਦੇ ਰੂਪ 'ਚ ਹੋਏ, ਚਾਹੇ ਇੰਡਸਟਰੀ ਨੂੰ ਮਿਲਣ ਦੇ ਨਾ ਰੂਪ 'ਚ ਹੋਏ, ਚਾਹੇ ਸਰਵਿਸ ਸੈਕਟਰ ਦੇ ਰੂਪ 'ਚ ਨਾ ਹੋਵੇ। ਦੇਖੋ ਜੇ ਬਿਜਲੀ ਨਹੀਂ ਹੋਊਗੀ ਤਾਂ ਕਾਰੋਬਾਰ ਵੀ ਤਾਂ ਸਾਡੇ ਨਹੀਂ ਹੋਣਗੇ ਨਾ, ਉਹਦਾ ਵੀ ਤਾਂ ਅਲਟੀਮੇਟਲੀ ਨੁਕਸਾਨ ਸਾਡੇ GST ਦੇ ਉੱਤੇ ਹੀ ਹੋਣਾ ਨਾ। ਤਾਂ ਮੈਨੂੰ ਇਹ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਨੇ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਐਸਪੈਕਟਸ ਨੂੰ ਵੀ ਦੇਖਣਾ ਜ਼ਰੂਰੀ ਹੈ। ਜੀ ਭਾਸਕਰ ਸਾਹਿਬ, ਵਿਜੀਲੈਂਸ ਵਾਲੀ ਗੱਲ ਜ਼ਰੂਰ ਦੱਸੋ। ਮੈਂ ਤਾਂ ਅਮਿਤ ਸ਼ਾਹ ਵਾਲੀ ਗੱਲ ਲੈਣੀ ਸੀ, ਮੈਨੂੰ ਲੱਗਦਾ ਇਹਨੂੰ ਆਪਾਂ ਅੱਗੇ ਵਧਾ ਲੈਨੇ ਨਸ਼ਿਆਂ ਵਾਲੀ ਨੂੰ। ਮੈਨੂੰ ਤੁਸੀਂ ਉਹ ਵਿਜੀਲੈਂਸ ਕੱਲ ਕਾਫੀ ਜਗ੍ਹਾ ਤੇ ਐਕਟਿਵ ਨਜ਼ਰ ਆਈ ਹੈ, DGP ਵਰਿੰਦਰ ਕੁਮਾਰ, ਮੈਨੂੰ ਲੱਗਦਾ ਇਹ ਪੋਲੀਟੀਸ਼ੀਅਨਸ ਨੂੰ ਟਿਕਾਣੇ ਲਿਆ ਕੇ ਛੱਡਣਗੇ ਸਾਰਿਆਂ ਨੂੰ ਵੀ ਨਾ ਕਰੀਏ, ਆਪਣੀ ਸਟੇਟ ਆ, ਆਪਾਂ ਥੋੜੇ ਓਨੈਸਟ ਰਹੀਏ, ਜੇ ਕਿਸੇ ਕੋਲ ਫਾਲਤੂ ਵਾਧੂ ਸੋਰਸਸ ਤੋਂ ਹੈਗਾ ਸਟੇਟ ਨੂੰ ਜਮਾ ਕਰਾਓ ਤਾਂ ਕਿ ਕਰਜ਼ੇ ਕੁਰਜ਼ੇ ਲਾ ਲਈਏ। ਮੈਨੂੰ ਲੱਗਦਾ ਇਹ ਪੁੰਨ ਦਾ ਕੰਮ ਤਾਂ ਇਕੱਲੇ DGP ਵਰਿੰਦਰ ਕੁਮਾਰ ਹੀ ਕਰ ਰਹੇ। ਬਿਲਕੁਲ, DGP ਵਰਿੰਦਰ ਕੁਮਾਰ ਔਰ ਉਹਨਾਂ ਦਾ ਵਿਜੀਲੈਂਸ ਬਿਊਰੋ ਬਹੁਤ ਜ਼ਿਆਦਾ ਐਕਟਿਵ ਹੈਗਾ, ਔਰ ਪਿਛਲੇ ਦਿਨਾਂ ਦੇ ਵਿੱਚ ਉਹ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਤੇ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਉਹਨਾਂ ਨੇ ਵਿਜੀਲੈਂਸ ਵਾਲਿਆਂ ਨੇ ਬਹੁਤ ਸਾਰੇ ਕੰਮ ਕੀਤੇ, ਔਰ ਉਹੀ ਕੁਝ ਕੰਮ ਕੱਲ ਅੱਗੇ ਵੱਧਦੇ ਨਜ਼ਰ ਆਏ। ਮਦਨ ਲਾਲ ਜਲਾਲਪੁਰ, ਹਾਲਾਂਕਿ ਨਾ ਇਹਨਾਂ ਦਾ ਕਿਸੇ ਹੋਰ ਗੱਲ ਦੇ ਉੱਤੇ ਵੱਜਦਾ ਸੀਗਾ,
ਪਰ ਕੱਲ ਇਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਹੋਇਆ ਜਾਂ ਇਹਨਾਂ ਦੀ ਇੱਕ LOC ਨੋਟਿਸ ਜਾਰੀ ਹੋਇਆ, ਉਹ ਕਿਸੇ ਹੋਰ ਮਾਮਲੇ ਦੇ ਵਿੱਚ ਹੋਇਆ। ਇਹ ਮਾਮਲਾ ਸੀਗਾ 5 ਪਿੰਡਾਂ ਦੇ ਵਿੱਚ ਜ਼ਮੀਨਾਂ ਨੂੰ ਐਕਵਾਇਰ ਹੋਣ ਦੇ ਮਾਮਲੇ ਦੇ ਵਿੱਚ, ਫੰਡਾਂ ਨੂੰ ਇੱਧਰ ਉੱਧਰ ਕਰਨ ਦੇ ਮਾਮਲੇ ਦੇ ਵਿੱਚ LOC ਜਾਰੀ ਹੋ ਗਿਆ। ਔਰ ਪਿਛਲੇ ਦਿਨਾਂ ਦੇ ਵਿੱਚ ਕਿਸੇ ਸੂਤਰ ਨੇ ਦੱਸਿਆ ਸੀ ਮੈਨੂੰ ਕਿ ਮਦਨ ਲਾਲ ਜਲਾਲਪੁਰ ਉਹਨਾਂ ਸ਼ਾਇਦ ਬਾਹਰ ਗਏ ਹੋਏ ਸੀ, ਔਰ ਉਹਨਾਂ ਨੇ ਆਪਣੇ ਕਿਸ ਮਿੱਤਰ ਨੂੰ ਕਿਹਾ ਕਿ ਵੀ ਮੈਨੂੰ ਤੇ ਪੁਲਿਸ ਵਾਲਿਆਂ ਨੇ ਕਿਹਾ ਵੀ ਤਾਂ ਇੱਥੇ ਆ ਨਾ ਜਾਣਾ, ਤੁਹਾਨੂੰ ਮੁਸੀਬਤਾਂ ਤੁਹਾਡੀ ਵੱਧ ਸਕਦੀ ਹੈ। ਔਰ ਕਹਿੰਦੇ ਇਸ ਕਰਕੇ ਆਪਾਂ ਆ ਨਹੀਂ ਰਹੇ। ਹੁਣ ਉਹ ਬਾਹਰ ਨੇ, ਇੱਥੇ ਨੇ, ਸਾਨੂੰ ਨਹੀਂ ਪਤਾ, ਪਰ ਉਹਨਾਂ ਦੇ ਪੁੱਤਰ ਨੇ ਗਗਨਦੀਪ, ਉਹਨਾਂ ਨੇ ਜਿਹੜੇ ਗਗਨਦੀਪ ਜਲਾਲਪੁਰ ਨੇ, ਉਹਨਾਂ ਨੇ ਇਸ ਕਾਰਵਾਈ ਨੂੰ ਵਿਜੀਲੈਂਸ ਦੀ ਇੱਕ ਪੋਲੀਟੀਕਲ ਵਿੰਦਤਾ, ਜਿਹੜੇ ਸਾਰੇ ਕਹਿੰਦੇ ਹੁੰਦੇ ਆ ਜਦ ਵੀ ਕਿਸੇ ਪੋਲੀਟੀਸ਼ੀਅਨ ਦੇ ਖਿਲਾਫ ਕੇਸ ਹੁੰਦਾ ਹੈ, ਉਹ ਕਹਿੰਦੇ ਨੇ ਸਾਡੇ ਨਾਲ ਧੱਕਾ ਹੋ ਗਿਆ। ਤੇ ਇਹੀ ਧੱਕੇ ਦੀ ਗੱਲ ਕੱਲ ਉਹਨਾਂ ਦੇ ਬੇਟੇ ਨੇ ਵੀ ਕੀਤੀ। ਪਰ ਦੂਜੇ ਪਾਸੇ ਵਿਜੀਲੈਂਸ ਵਾਲੇ ਕੱਲ ਫੀਤੇ ਫੁੱਤੇ ਜੇ ਲੈ ਕੇ ਉਹ ਨਿਊ ਚੰਡੀਗੜ੍ਹ ਪਹੁੰਚ ਗਏ, ਕਿੱਕੀ ਢਿੱਲੋਂ ਦੇ ਉਸ ਫਾਰਮ ਹਾਊਸ ਦੇ ਵਿੱਚ ਜਿਹੜਾ ਹਜੇ ਬਣਦਾ ਪਿਆ ਹੈ। ਹਜੇ ਤੇ ਫਰਸ਼ ਪੈ ਰਹੇ ਨੇ ਉਸ ਫਾਰਮ ਹਾਊਸ ਦੇ ਵਿੱਚ। ਜੇ ਫਰਸ਼ ਪੈਣ ਦਾ ਇੱਕ ਕੰਮ ਕਿਸੇ ਵੀ ਘਰ ਦੇ ਵਿੱਚ, ਭਾਵੇਂ ਲੈਂਟਰ ਪੈ ਰਿਹਾ ਹੋਏ ਤੇ ਉਸ ਤੋਂ ਬਾਅਦ ਫਰਸ਼ ਪੈ ਰਹੇ ਹੋਣ, ਇਹ ਦੋ ਇੰਪੋਰਟੈਂਟ ਐਕਸਰਸਾਈਜ਼ ਮੰਨੀ ਜਾਂਦੀ ਹੈ ਕੰਸਟਰਕਸ਼ਨ ਦੀ। ਉਹਦੇ ਵਿੱਚ ਆ ਜਿਹੜੇ ਵਿਜੀਲੈਂਸ ਵਾਲੇ ਉਹ ਟੁੱਟੇ ਹਜੇ ਪੈਣ ਵਾਲੇ ਫਰਸ਼ ਦੀ ਵੀ ਪਮਾਇਸ਼ ਕਰਕੇ ਚਲੇ ਗਏ। ਤੇ ਉਸ ਤੋਂ ਬਾਅਦ ਹੁਣ ਤਿਆਰੀ ਹੈ ਉਹ DA ਡਿਸਪ੍ਰਪੋਰਸ਼ਨੇਟ ਆਫ ਐਸੈਟ ਦਾ ਕੇਸ ਕਿੱਕੀ ਢਿੱਲੋਂ ਉਹਨਾਂ ਦੇ ਉੱਤੇ ਆਫੀਸ਼ੀਅਲੀ ਸ਼ਾਇਦ ਅੱਜ ਕੱਲ੍ਹ ਵਿੱਚ ਪੈ ਵੀ ਜਾਏ। ਉਸ ਤੋਂ ਪਹਿਲੇ ਜਦ ਵਿਜੀਲੈਂਸ ਵਾਲੇ DA ਦੇ ਕੇਸ ਦੇ ਵਿੱਚ ਕਿਸੇ ਨੂੰ ਬੁਲਾਉਂਦੇ ਆ ਨਾ, ਤੇ ਜਾਂਦੇ ਹੀ 2-4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇੱਕ ਫਾਰਮ ਫੜਾ ਦਿੰਦੇ ਨੇ ਕਿ ਇਸ ਫਾਰਮ ਦੇ ਵਿੱਚ ਲਿਖੋ ਆਪਣਾ ਸਾਰਾ ਹਿਸਾਬ ਕਿਤਾਬ, ਕੀ ਤੁਹਾਡੇ ਕੋਲ ਕਿੱਥੇ ਹੈਗੇ। ਜੇ ਤੁਸੀਂ ਆਪ ਦੱਸ ਦੋਗੇ ਤੇ ਠੀਕ ਹੈ, ਜੇ ਨਹੀਂ ਦੱਸੋਗੇ, ਜੇ ਅਸੀਂ ਲੱਭਿਆ ਤੇ ਫਿਰ ਮੁਸੀਬਤਾਂ ਤੁਹਾਡੀ ਹੋਰ ਵੱਧਦੀ ਹੈ। ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਂਦਾ। ਭਾਸਕਰ ਸਾਹਿਬ, ਇੱਥੇ ਨਾ ਵਿਜੀਲੈਂਸ ਵਾਲੇ ਇੱਕ ਧੱਕਾ ਹੋਰ ਕਰਦੇ ਆ। ਉਹ ਜਿਹੜੇ ਨੇਤਾ ਜੀ ਨੇ ਕਦੇ ਕਿਤੇ ਪੈਨ ਸਾਈਨ ਕਰਨ ਲੱਗਿਆ ਵੀ ਬੜੀ ਮੁਸ਼ਕਲ ਨਾਲ ਪੈਨ ਫੜਿਆ ਹੁੰਦਾ, ਉਹਨੂੰ ਫਾਰਮ ਭਰਨ ਲਾ ਦਿੰਦੇ। ਜਿੱਦਾਂ ਕਿਤੇ ਕਿਸੇ ਨੂੰ ਇਮੀਗ੍ਰੇਸ਼ਨ ਵਾਲਾ ਫਾਰਮ ਭਰਨ ਨਹੀਂ ਲਾ ਦਿੰਦੇ ਜਾਂਦੇ ਹੀ ਕਿ ਪੁਰਾਣੇ ਬਜ਼ੁਰਗ ਨੂੰ, ਉਹ ਕਹਿੰਦਾ ਕਾਕਾ ਭਰਦੀ ਯਾਰ। ਤੇ ਇਸੇ ਤਰੀਕੇ ਨਾਲ ਜਿੱਦਾਂ ਕਿਸੇ ਯੂਨੀਵਰਸਿਟੀ 'ਚ ਦਾਖਲਾ ਲੈਣ ਗਏ ਨਲਾਇਕ ਨਿਆਣੇ ਮੈਂ ਚਲੋ ਆਪਾਂ ਇਸ ਗੱਲ ਤੇ ਮੈਂ ਕਿੱਕੀ ਢਿੱਲੋਂ ਵਾਲੀ ਗੱਲ ਤੇ ਇੱਕ ਗੱਲ ਜਾਣਾ ਚਾਹੁੰਦਾ ਵੀ ਇੱਥੇ ਕਾਲ ਕਰ ਗਏ ਉਹ ਚੱਜ ਨਾ ਕਹਿੰਦੇ ਉੱਥੇ ਨਾ ਜੀ ਕੀਮਤੀ ਸਮਾਨ ਬੜਾ ਲੱਗਿਆ। ਅਜੇ ਇੰਟੀਰੀਅਰ ਡੈਕੋਰੇਸ਼ਨ ਦਾ ਕੰਮ ਤੇ ਹੋਣਾ ਸੀ, ਚੱਜ ਨਾਲ ਕਿਤੇ 6 ਮਹੀਨੇ ਬਣ ਲੈਣ ਦਿੰਦੇ। 2, 2.5, 3, 5 ਕਰੋੜ ਤੱਕ ਦਾ ਜਿੰਨਾ ਕੋ ਵੱਡਾ ਘੇਰਾ ਹੈ ਉਹ ਹੋਰ ਕੰਮ ਮਿਲ ਜਾਣਾ ਸੀ। ਮੈਨੂੰ ਲੱਗਦਾ ਕਿਸੇ ਵੇਲੇ ਕਾਲ ਜਿਹੜੀ ਨਾ ਫਿਰ ਉਹਨੇ ਸਬੂਤ ਨਹੀਂ ਇਕੱਠੇ ਹੋਣ ਦਿੰਦੀ। ਹਾਂਜੀ, ਜਦ ਵੀ ਵਿਜੀਲੈਂਸ ਵਾਲੇ ਕਿਸੇ ਵੀ ਲੀਡਰ ਨੂੰ ਜਾਂ ਬੁਲਾਉਂਦੇ ਨੇ ਕਿ ਬਈ ਆ ਤੁਸੀਂ ਆਪਣੀ ਪ੍ਰਾਪਰਟੀ ਦਾ ਸਾਰਾ ਹਿਸਾਬ ਕਿਤਾਬ ਇਸ ਕਾਗਜ਼ ਇਸ ਫਾਰਮ ਦੇ ਵਿੱਚ ਲਿਖ ਕੇ ਵਾਪਸ ਆਓ, ਉਹ ਜਦ ਉਸ ਦਫ਼ਤਰ ਤੋਂ ਨਿਕਲਦਾ ਹੈ ਤੇ ਸਭ ਤੋਂ ਪਹਿਲੇ ਜਾਂਦਾ ਆਪਣੇ ਚਾਰਟਰਡ ਅਕਾਊਂਟੈਂਟ ਕੋਲ। ਉਹ ਦੇਖੋ ਜੀ ਵਿਜੀਲੈਂਸ ਵਾਲਿਆਂ ਨੇ ਮੈਨੂੰ ਦਿੱਤਾ, ਭਾਵੇਂ ਹਫ਼ਤੇ ਦਾ ਟਾਈਮ ਦਿੱਤਾ, ਤੁਸੀਂ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿਓ। ਫਿਰ CA ਸਾਹਿਬ ਪੁੱਛਦੇ ਹੁੰਦੇ ਵੀ ਤੁਹਾਡਾ ਕੱਚਾ ਪੱਕਾ ਕੀ ਹੈ, ਉਹ ਕਹਿੰਦੇ ਮੈਨੂੰ ਨਹੀਂ ਪਤਾ, ਤੁਸੀਂ ਆਪਣੇ ਆਪ ਮੇਰਾ ਹਿਸਾਬ ਕਿਤਾਬ ਬਣਾਓ। ਔਰ ਜਦ ਉਹ CA ਦੇ ਦਫ਼ਤਰ ਤੋਂ ਨਿਕਲਦੇ ਨੇ ਤੇ ਬੜੇ ਕੌਨਫੀਡੈਂਟ ਜਿਹੇ ਹੁੰਦੇ ਨੇ ਕਿ ਵੀ CA ਸਾਹਿਬ ਨੇ ਮੇਰਾ ਸਭ ਕੁਝ ਪੱਕੇ 'ਚ ਦਿਖਾਤਾ ਤੇ ਮੈਨੂੰ ਕਿਸੇ ਦਾ ਡਰ ਨਹੀਂ। ਉਸ ਫਾਰਮ ਨੂੰ ਲੈ ਕੇ ਜਦੋਂ ਵਿਜੀਲੈਂਸ ਦਫ਼ਤਰ ਦੇ ਵਿੱਚ ਦੁਬਾਰਾ ਪਹੁੰਚਦੇ ਨੇ ਤੇ ਸਵਾਲ ਹੋਰ ਵੀ ਵੱਡੇ ਖੜੇ ਹੋ ਜਾਂਦੇ ਨੇ, ਕਿਉਂਕਿ ਵਿਜੀਲੈਂਸ ਵਾਲਿਆਂ ਨੇ ਵੀ ਕੁਝ ਆਪਣੀ ਇਨਵੈਸਟੀਗੇਸ਼ਨ ਕੀਤੀ ਹੁੰਦੀ ਹੈ। ਪੈਸਾ ਕਦੋਂ ਕਿੱਥੇ ਕਿੰਨਾ ਖਰਚਿਆ, ਕਿੰਨੀ ਇਨਕਮ ਹੈ, ਸਾਰੀ ਗੱਲਾਂ ਵਿਜੀਲੈਂਸ ਨੇ ਆਪਣੇ ਪੱਧਰ ਦੇ ਉੱਤੇ ਵੀ ਇਕੱਠੀ ਕੀਤੀਆਂ ਹੁੰਦੀਆਂ ਤੇ ਫਿਰ ਉਹ ਮੁਸੀਬਤਾਂ ਲਗਾਤਾਰ ਵੱਧਦੀ ਚਲੀ ਜਾਂਦੀ ਹੈ। ਪਰ CA ਸਾਹਿਬ ਇੱਕ ਐਸ਼ੋਰੈਂਸ ਦੇ ਕੇ ਜਦ ਆਪਣੇ ਕਲਾਇੰਟ ਨੂੰ ਭੇਜਦੇ ਨੇ, ਉਹ ਸਾਰੀ ਐਸ਼ੋਰੈਂਸ ਵਿਜੀਲੈਂਸ ਬਿਊਰੋ ਦਫ਼ਤਰ ਦੇ ਅੰਦਰ ਵੜਦੇ ਹੀ ਖਤਮ ਜੀ ਹੋ ਜਾਂਦੀ। ਭਾਸਕਰ ਸਾਹਿਬ, ਵਿਜੀਲੈਂਸ ਵਾਲੇ ਕੋਈ ਨਜੂਮੀ ਥੋੜੀ ਹੈ। ਆਪਾਂ ਜਿਹੜੇ ਰਿਸ਼ਤੇ ਬਣਾਏ ਕਮਾਏ ਤੇ ਵਿਗਾੜੇ ਹੁੰਦੇ ਆ ਉਹੀ ਤਾਂ ਸਾਡੇ ਅੱਗੇ ਖਲੋ ਜਾਂਦੇ ਆ। ਵਿਜੀਲੈਂਸ ਨੂੰ ਸਾਡੇ ਸਭ ਤੋਂ ਖਾਸ ਮਖਾਸ ਸਾਡੇ ਬਾਰੇ ਦੱਸ ਰਹੇ ਹੁੰਦੇ ਆ ਵੀ ਇਹਨੂੰ ਨਾ ਜੀ ਭੁੱਖ ਬੜੀ ਲੱਗਦੀ ਜੇ, ਇਹਨੂੰ ਕਿਤੇ 2 ਘੰਟੇ ਤੁਸੀਂ ਰੋਟੀ ਨਾ ਖਾਣ ਨੂੰ ਦੋਗੇ ਇਹਦੀ ਸ਼ੂਗਰ ਘਟ ਜਾਣੀ ਜੇ। ਮਤਲਬ ਪਤਾ ਕੀ ਹੈ, ਜਿਹੜਾ ਤੁਹਾਡੇ ਸਭ ਤੋਂ ਨੇੜੇ ਹੁੰਦਾ ਨਾ ਉਹ ਦੱਸਣ ਡਿਆ ਹੁੰਦਾ ਵੀ ਅੱਛਾ ਇਹਨੂੰ ਨਾ ਫਲਾਣੀ ਪ੍ਰਾਪਰਟੀ ਬਾਰੇ ਪੁੱਛੋ, ਇਹਦੇ ਨਾਂ ਨਹੀਂ ਜੇ, ਉਹ ਹੈ ਫਲਾਣੇ ਦੇ ਨਾਮ ਆ, ਸਾਬਤ ਕਰਨੀ ਬੜੀ ਔਖੀ ਆ ਪਰ ਇਹਨੇ ਮੰਨ ਜਾਣਾ ਜੇ ਛੇਤੀ। ਤੇ ਬੰਦਾ ਫਲਾਣਾ ਵੀ ਬੜਾ ਕੱਚਾ ਜੇ, ਉਹਨੂੰ ਮੜ ਜਾ ਹੱਥ ਪਾਓਗੇ ਨਾ ਐ ਚੀਕਾਂ ਵੱਜਣਗੀਆਂ, ਵੇਖਿਓ ਸਹੀ ਜੀ। ਤੁਹਾਡੇ ਮੇਰੇ ਵਰਗੇ ਜਿਹੜੇ ਸਾਰੀ ਉਮਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਚੁੱਪ ਚਪੀਤੇ ਦੁਸ਼ਮਣ ਕੌਣ ਬਣ ਗਿਆ। ਜਦੋਂ ਬੰਦਾ ਫਸਦਾ ਉਦੋਂ ਉਹਨੂੰ ਪਤਾ ਲੱਗਦਾ ਯਾਰ ਅੱਛਾ ਇਹ ਵੀ ਪਰਲੇ ਪਾਸੇ ਖਲੋਤਾ ਸੀ, ਪਰਲੇ ਪਾਲੇ ਸੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਧੰਨਵਾਦ ਜੀ।